सिमर मना राम नाम चितारे, बस रह हृदय गुर चरण प्यारे। सो कहो टल गुर सेवियै, ऐनस सहज सुभाए। दर्शन परसै गुरु कै, जन्म मरण दुख जाए। होवै सिफत खसम दी, नूर अरशों कुरसो झटिया। तुध डिठै सच्चे पातशाह, मल जन्म जन्म दी कटिया। सतनाम वाहिगुरु जी, बसंत महला पंजवा। एक ओंकार सतगुर प्रसाद, देख फूल फूल फूले। अहं त्याग त्यागे, चरण कमल पागे। तुम मिलो प्रभ सभागे, देख फूल फूल फूले। अहं त्याग त्यागे, चरण कमल पागे। तुम मिलो प्रभ सभागे, हर चेत मन मेरे रहाओ। सगन बास कूले, एक रहे सूक कठूले। बसंत रुत आई, पर फूलता रहे। अब कलु आयो रे, एक नाम बोवो बोवो। आन रूत नाही नाही, मत भरम भूलो भूलो। गुर मिले हर पाए, जिस मस्तक है लेखा। मन रुत नाम रे, गुण कहे नानक। हर हरे हर हरे, गुर मिले हर पाए। जिस मस्तक है लेखा, मन रुत नाम रे। गुण कहे नानक, हर हरे हर हरे। वाहिगुरु जी का खालसा, वाहिगुरु जी की फतेह। परम सन्मानयोग गुरु प्यारी गुरु सवारी साध संगत जी, ये जो पावन शब्द आप जी ने सरवण किया है, इस दी पावन विचार आप जी नूं सरवण करा रहे हैं। सत्कार सन्मानयोग भाई सुखदर्शन सिंह जी, हैड ग्रंथी गुरुद्वारा रकाबगंज साहिब, दिल्ली से गुरुद्वारा प्रबंधक कमेटी वालों हर साल की तरह
ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਵਾਸਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਤੇ ਜਥਾ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਨੇ ਯਾਤਰਾ ਕਰਨ ਜਾਣਾ ਹੈ, ਆਪਣਾ ਅਸਲੀ ਪਾਸਪੋਰਟ, 4 ਫੋਟੋ ਪਾਸਪੋਰਟ ਸਾਈਜ਼, ਵੋਟਰ ਕਾਰਡ ਜਾਂ ਆਧਾਰ ਕਾਰਡ ਦੀ ਫੋਟੋ ਕਾਪੀ, 200 ਰੁਪਏ ਵੀਜ਼ਾ ਫੀਸ ਦੇ ਸਮੇਤ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 20 ਫਰਵਰੀ ਤੱਕ ਜਮ੍ਹਾਂ ਕਰਵਾ ਦੇਵੋ, ਤਾਂ ਜੋ ਗੁਰਧਾਮਾਂ ਦੀ ਯਾਤਰਾ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਅੱਜ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਨ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ 7 ਵਜੇ ਤੋਂ ਰਾਤ 11:45 ਵਜੇ ਤੱਕ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਆਪ ਜੀ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਸਤਿਕਾਰਯੋਗ ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਕਰਵਾ ਰਹੇ ਹਨ। ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲਿਆਂ ਵੱਲੋਂ ਵੀ ਸੇਵਾ ਚੱਲ ਰਹੀ ਹੈ। ਇਸ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾਓ। ਅਗਲੇ ਸਮੇਂ ਵਾਸਤੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਆਪ ਜੀ ਪਰਮ ਵਡਭਾਗੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ।
ਜਿਨ੍ਹਾਂ ਸਤਿਗੁਰਾਂ ਦੀ ਪਵਿੱਤਰ ਸ਼ੋਭਾ ਦੇ ਵਿੱਚ ਇਹ ਬਚਨ ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਸੋ ਉਹਨਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਦਰਬਾਰ ਅੰਦਰ ਬੈਠ ਕੇ ਆਪ ਧੁਰ ਕੀ ਅਕਾਲੀ ਬਾਣੀ ਦੇ ਮਨੋਹਰ ਕੀਰਤਨ ਦਾ ਆਨੰਦ ਮਾਣ ਰਹੇ ਸੀ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਲੜੀਵਾਰ ਗੁਰ ਸ਼ਬਦ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਪਾਸੋਂ ਸਰਵਣ ਕੀਤਾ। ਜਿਸ ਤਰ੍ਹਾਂ ਉਹਨਾਂ ਦੱਸਿਆ, ਅੱਜ ਸਤਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਵੀ ਹੈ। ਸੋ ਲੜੀਵਾਰ ਸ਼ਬਦ ਦੀ ਵਿਚਾਰ ਅਤੇ ਸਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚੋਂ ਕੁਝ ਕਥਾਵਾਂ, ਕੁਝ ਘਟਨਾਵਾਂ ਦਾ ਆਪ ਜੀ ਨਾਲ ਵਰਣਨ ਕਰਨ ਦਾ, ਸਾਂਝ ਪਾਉਣ ਦਾ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਬਖਸ਼ੀ ਹੋਈ ਕਲਗੀਧਰ ਦਾਤਾ ਦੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਸ਼ਬਦ ਬਸੰਤ ਰਾਗ ਦਾ। ਬਸੰਤ ਰੁੱਤ ਚੱਲ ਰਹੀ ਹੈ। ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਸ਼ੋਭਾ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਚਨ ਕੀਤੇ ਹੈ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਅਤੇ ਉਹਨਾਂ ਇੱਕ ਜ਼ਿਕਰ ਕੀਤਾ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਕਿ ਸੁਲਤਾਨ ਹਮ ਦਰਵੇਸ਼ ਕਰਤਾ ਗੁਰ ਹਰਿਰਾਏ, ਭਾਵ ਕਿ ਬਾਦਸ਼ਾਹ ਦਰਵੇਸ਼ ਭਾਈ ਨੰਦ ਲਾਲ ਜੀ ਨੇ ਕਿਹਾ ਹੈ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ, ਮਰਦ ਅਗੰਬੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤਾਂ ਸਤਵੇਂ ਪਾਤਸ਼ਾਹ ਮਹਾਰਾਜ ਨੂੰ ਵੀ ਸੁਲਤਾਨ ਹਮ ਦਰਵੇਸ਼ ਭਾਈ ਨੰਦ ਲਾਲ ਜੀ ਨੇ ਬਚਨ ਕੀਤਾ ਹੈ। ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਉਹਨਾਂ ਦੇ ਪਵਿੱਤਰ ਜੀਵਨ ਦੀਆਂ ਘਟਨਾਵਾਂ, ਉਹਨਾਂ ਦੇ ਪਵਿੱਤਰ ਜੀਵਨ ਦੇ ਸੰਦੇਸ਼ ਉਪਦੇਸ਼ ਸੰਗਤਾਂ ਦੇ ਸਾਹਮਣੇ ਬਹੁਤ ਘੱਟ ਆਉਂਦੇ। ਗੁਰੂ ਸਾਹਿਬਾਨ ਦਾ ਕਾਫੀ ਜੀਵਨ ਸਾਡੇ ਸਾਹਮਣੇ ਆ ਜਾਂਦਾ ਹੈ। ਖਾਸ ਕਰਕੇ ਸਤਿਗੁਰੂ ਦੂਸਰੇ ਪਾਤਸ਼ਾਹ ਸਤਿਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਤੇ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਜੀਵਨ, ਅੱਠਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚੋਂ ਬਹੁਤ ਘਟਨਾਵਾਂ ਘੱਟ ਸਾਡੇ ਸਾਹਮਣੇ ਆਉਂਦੀਆਂ। ਸੋ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਸਾਨੂੰ ਜੋ ਸੰਦੇਸ਼ ਉਪਦੇਸ਼ ਬੜਾ ਲੰਮਾ ਸਮਾਂ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਤਕਰੀਬਨ 17 ਸਾਲ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ। ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਜੀਵਨ ਬਹੁਤ ਹੀ ਸਹਿਜ ਵਾਲਾ, ਕੋਮਲਤਾ ਵਾਲਾ ਅਤੇ ਕਿਤੇ ਕਿਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਰਸ ਵੀ ਨਜ਼ਰ ਆਉਂਦਾ ਹੈ। ਸੋ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦੇ ਘਰ, ਮਾਤਾ ਦਾ ਨਾਮ ਇਤਿਹਾਸ ਵਿੱਚ ਮਾਤਾ ਨਿਹਾਲ ਕੌਰ ਲਿਖਿਆ। ਇਹਨਾਂ ਦਾ ਪ੍ਰਕਾਸ਼ ਬਸੰਤ ਰੁੱਤ ਵਿੱਚ 30 ਮਈ 1730 ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਸੋ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਮੁੱਢਲੇ
ਤਕਰੀਬਨ 8 ਕੁ ਸਾਲ ਆਪਣੇ ਸਤਿਕਾਰਯੋਗ ਪਿਤਾ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਦੇਖ ਰੇਖ ਹੇਠ ਬਾਕੀ ਦਾ 18 ਸਾਲ ਤੱਕ 8 ਤੋਂ 17-18 ਸਾਲ ਦਾ ਤੱਕ ਦਾ ਜੀਵਨ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਆਪਣੇ ਦਾਦਾ ਸਤਿਗੁਰਾਂ ਦੀ ਚਰਨ ਸ਼ਰਨ ਦੇਖ ਰੇਖ ਹੇਠ ਇਹਨਾਂ ਦਾ ਜੀਵਨ ਦੀ ਪ੍ਰਫੁੱਲਤਾ ਹੋਈ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਭਾਵੇਂ ਇਹਨਾਂ ਦੇ ਪ੍ਰਕਾਸ਼ ਵੇਲੇ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਤਕਰੀਬਨ ਅਗੰਮੀ ਆਵਾਜ਼ ਕਹਿ ਦਿੰਦੇ ਸਨ। ਬਹੁਤ ਵਾਰੀ ਆਉਂਦਾ ਹੈ ਕਿ ਉਹਨਾਂ ਨੇ ਅਗੰਮੀ ਆਵਾਜ਼ ਕਹੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਦੇ ਘਰ ਪਹਿਲੇ ਪੋਤਰੇ ਨੇ ਜਨਮ ਲਿਆ ਬਾਬਾ ਧੀਰਮਲ ਨੇ, ਤੇ ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬਚਨ ਕੀਤਾ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਘਰ ਪੋਤਰਾ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਧੀਰਮਲ ਜੀ ਉਹਨਾਂ ਵੱਲ ਦੇਖਦਿਆਂ ਬਾਲ ਰੂਪ ਦੇ ਵਿੱਚ ਬਚਨ ਕਰ ਦਿੱਤਾ ਕਿ ਲੱਗਦਾ ਹੈ ਕਿ ਇਹ ਉਹੀ ਰੂਹ, ਭਾਵ ਕਿ ਤਾਇਆ ਜੀ ਵਾਲੀ ਰੂਹ ਫਿਰ ਆ ਗਈ ਹੈ। ਆਪ ਜੀ ਤੇ ਯਾਦ ਹੋਏਗਾ ਆਪ ਸਭ ਸੂਝਵਾਨ ਕਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਨੇ ਕਿਸ ਤਰ੍ਹਾਂ ਦੇ ਕਾਰਨਾਮੇ ਕੀਤੇ, ਸਵਾਰਥ ਵਿੱਚ ਆ ਕੇ, ਲਾਲਚ ਵਿੱਚ ਆ ਕੇ, ਤੁਸ ਵਿੱਚ ਆ ਕੇ, ਅਤੇ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸਾਰੀਆਂ ਗਾਥਾਵਾਂ ਨੂੰ ਖਿਆਲ ਵਿੱਚ ਰੱਖਦਿਆਂ, ਉਹਨਾਂ ਸਾਰੀਆਂ ਘਟਨਾਵਾਂ ਨੂੰ ਖਿਆਲ ਵਿੱਚ ਰੱਖਦਿਆਂ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਧੀਰਮਲ ਪ੍ਰਥਾਏ ਕਿ ਇਹ ਵਚਨ ਕਹਿ ਲੱਗਦਾ ਹੈ ਕਿ ਇਹ ਦੁਬਾਰਾ ਤਾਇਆ ਜੀ ਦੀ ਰੂਹ ਫੇਰ ਇਸੇ ਘਰ ਵਿੱਚ ਪ੍ਰਵੇਸ਼ ਕਰ ਗਈ ਹੈ। ਤੇ ਜਦੋਂ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨ ਕੀਤਾ ਕਿ ਇਹ ਭਾਈ ਵੱਡੀ ਚੀਜ਼ ਦਾ ਗਾਹਕ ਆਇਆ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਹਿਲਾਂ ਹੀ ਬਚਨ ਕਰ ਦਿੱਤੇ ਸਨ। ਸੋ ਖੈਰ ਕੁਝ ਮੁੱਢਲੇ ਸਾਲ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੇ ਆਪਣੇ ਸਤਿਕਾਰਯੋਗ ਪਿਤਾ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਦੇਖ ਰੇਖ ਹੇਠ ਗੁਜ਼ਰੇ। ਇਹਨਾਂ ਦੀ ਸੋਹਣੀ ਵਿਦਿਆ ਦਾ ਪ੍ਰਬੰਧ ਕੀਤਾ ਗਿਆ। ਭਾਈ ਦਰਗਾਹੀ ਮੱਲ ਜੀ ਉਹਨਾਂ ਨੇ ਇਹਨਾਂ ਨੂੰ ਮੁੱਢਲੀ ਵਿਦਿਆ, ਕੁਝ ਵਿਦਿਆ ਭਾਈ ਜਾਤੀ ਮਲਕ ਜੀ ਨੇ, ਅਤੇ ਜੋ ਸ਼ਸਤਰ ਵਿਦਿਆ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਨੇ ਸ਼ਸਤਰ ਵਿਦਿਆ ਦੀ ਜੋ ਗੁਰਤੀ ਹੈ, ਦਾਤ ਹੈ, ਸਿਖਲਾਈ ਹੈ, ਉਹ ਸਿੱਖ ਕੌਮ ਦੇ ਮਹਾਨ ਜਰਨੈਲ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅਨੰਨ ਸੇਵਕ ਭਾਈ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਸੋ ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਬਾਲ ਰੂਪ ਦੇ ਵਿੱਚ ਇਹਨਾਂ ਨੂੰ ਸ਼ਸਤਰ ਵਿਦਿਆ, ਯੁੱਧ ਵਿੱਚ ਦੀ ਵਿਦਿਆ ਦੇ ਵਿੱਚ ਨਿਪੁੰਨ ਕੀਤਾ। ਸੋ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਬਹੁਤ ਹੀ ਕੋਮਲ ਹਿਰਦੇ ਵਾਲੇ, ਉਹਨਾਂ ਨੇ ਉਹਨਾਂ ਦੇ ਜੀਵਨ ਦੀ ਇਹ ਘਟਨਾ ਆਪ ਜੀ ਨੇ ਬਹੁਤ ਵਾਰੀ ਸਰਵਣ ਕੀਤੀ ਕਿ ਕਿਸ ਤਰ੍ਹਾਂ ਇਹਨਾਂ ਦੇ ਪੱਲੇ ਦੇ ਨਾਲ ਅੜ ਕੇ ਇੱਕ ਫੁੱਲ ਟੁੱਟਿਆ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਕੀਤੇ ਇਸ ਬਾਲਕ ਦੀ, ਇਸ ਬੱਚੇ ਦੀ ਮਨੋਦਸ਼ਾ ਦੇਖ ਕੇ ਕਿ ਦਾਮਨ ਸੰਕੋ ਚਲੋ। ਸੋ ਸਤਿਗੁਰੂ ਦਾਦਾ ਜੀ ਦੀ ਇਸ ਰਹਿਮਤ ਭਰੀ ਰਮਜ ਨੂੰ ਉਹਨਾਂ ਤਾ ਉਮਰ ਆਪਣੇ ਜੀਵਨ ਦੇ ਵਿੱਚ ਢਾਲਿਆ, ਧਾਰਨ ਕੀਤਾ। ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਤਕਰੀਬਨ 17 ਸਾਲ ਦੀ ਉਮਰ ਦੇ ਵਿੱਚ ਬਿਰਾਜਮਾਨ ਹੋਏ ਤਾਂ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਹੀ ਲੋਕ ਭਲਾਈ ਦੇ ਕਾਰਜ ਕੀਤੇ। ਅੱਜ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਜਾਗਰੂਕ ਨੌਜਵਾਨ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਨੂੰ ਸਮਰਪਿਤ ਜਾਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਜਾਂ ਉਹਨਾਂ ਦੇ ਕਿਸੇ ਨਾ ਕਿਸੇ ਗੁਰਪੁਰਬ ਤੇ ਆਮ ਜਾਗਰੂਕ ਵੀਰ
ਵਾਤਾਵਰਨ ਦੀ ਸੰਭਾਲ ਦਾ ਜ਼ਰੂਰ ਕੋਈ ਨਾ ਕੋਈ ਪ੍ਰੋਗਰਾਮ ਉਲੀਕਣਾ ਵੀ ਚਾਹੀਦਾ ਹੈ। ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬਿਰਾਜਦਿਆਂ ਹੀ ਬਹੁਤਾ ਸਮਾਂ ਉਹਨਾਂ ਦਾ ਸ਼੍ਰੀ ਕੀਰਤਪੁਰ ਸਾਹਿਬ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੀਰਤਪੁਰ ਸਾਹਿਬ ਰਹਿੰਦਿਆਂ ਬਹੁਤ ਹੀ ਪੇੜ ਪੌਦੇ, ਅਨੇਕਾਂ ਤਰ੍ਹਾਂ ਦੀਆਂ ਜੜੀ ਬੂਟੀਆਂ, ਬੇਸ਼ੱਕ ਕੀਰਤਪੁਰ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਆਦੇਸ਼ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਹੁਤ ਸਮਾਂ ਕੀਰਤਪੁਰ ਸਾਹਿਬ ਰਹੇ, ਭਾਵੇਂ ਉਹਨਾਂ ਨੇ ਵੀ ਕਾਫੀ ਬਾਗ ਬਗੀਚੇ ਬਣਾਏ, ਪਰ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਵਿੱਚ ਤਰ੍ਹਾਂ ਤਰ੍ਹਾਂ ਦੇ ਰੁੱਖ ਲਗਵਾਏ, ਅਤੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਰੁੱਖ ਲਗਵਾਏ, ਉਸ ਤੋਂ ਇਲਾਵਾ ਉਹ ਰੁੱਖ, ਉਹ ਜੜੀ ਬੂਟੀਆਂ, ਉਹ ਪੌਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਵਿੱਚ ਲਗਵਾਏ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਵਾਂਗ ਇਹ ਅੰਗਰੇਜ਼ੀ ਦਵਾਈਆਂ ਆਦਿਕ ਨਹੀਂ ਸਨ। ਉਸ ਸਮੇਂ ਜੜੀ ਬੂਟੀਆਂ ਦੇ ਨਾਲ ਇਲਾਜ ਹੁੰਦਾ ਸੀ, ਤਾਂ ਹਰ ਤਰ੍ਹਾਂ ਦੀ ਜੜੀ ਬੂਟੀ, ਹਰ ਤਰ੍ਹਾਂ ਦਾ ਰੁੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਵਾਇਆ, ਅਤੇ ਸਫਾਖਾਨਾ ਬਹੁਤ ਵੱਡੇ ਮਿਆਰ ਦਾ ਤਿਆਰ ਕਰਵਾਇਆ। ਸਫਾਖਾਨਾ, ਦਵਾਖਾਨਾ ਇਤਿਹਾਸ ਵਿੱਚ ਦੋ ਜ਼ਿਕਰ ਆਉਂਦੇ ਆ, ਭਾਵ ਕਿ ਜਿਸ ਨੂੰ ਅੱਜ ਅਸੀਂ ਹਸਪਤਾਲ ਜਾਂ ਡਿਸਪੈਂਸਰੀ ਯਾਦ ਕਹਿ ਦਿੰਦੇ ਹਾਂ, ਪਰ ਉਹਦਾ ਮਿਆਰ ਇੰਨਾ ਉੱਚਾ ਕਿ ਸ਼ਾਹੀ ਜੋ ਦਵਾਖਾਨੇ ਹੋਇਆ ਕਰਦੇ ਸਨ, ਉਹਨਾਂ ਦੇ ਵਿੱਚ ਵੀ ਉਹ ਦਵਾਈਆਂ ਨਹੀਂ। ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਔਰੰਗਜ਼ੇਬ ਸ਼ੁਰੂ ਤੋਂ ਹੀ ਕਪਟੀ ਸੀ, ਅਤੇ ਜਦੋਂ ਔਰੰਗਜ਼ੇਬ ਨੇ ਇਹ ਭਾਪਿਆ, ਇਹ ਵੇਖ ਲਿਆ ਕਿ ਪਿਤਾ ਸ਼ਾਹਜਹਾਨ ਆਪਣੀ ਬਹੁਤੀ ਤਵੱਜੋ ਆਪਣੇ ਬੇਟੇ ਜਾਂ ਮੇਰੇ ਵੱਡੇ ਭਰਾ ਦਾਰਾ ਸ਼ਿਕੋਹ ਵੱਲ ਕਰ ਰਹੇ ਹੈ, ਤਾਂ ਔਰੰਗਜ਼ੇਬ ਨੇ ਧੋਖੇ ਦੇ ਨਾਲ ਚੌਲਾਂ ਦੇ ਵਿੱਚ ਪੀਸ ਕੇ ਸ਼ੇਰ ਦੀ ਮੁੱਛ ਦਾ ਵਾਲ ਦਾਰਾ ਸ਼ਿਕੋਹ ਨੂੰ ਖਵਾ ਦਿੱਤਾ ਸੀ, ਅਤੇ ਉਸ ਦੇ ਨਾਲ ਦਾਰਾ ਸ਼ਿਕੋਹ ਬਿਮਾਰ ਹੋਣ ਲੱਗਿਆ। ਹਾਜ਼ਮਾ ਬਿਲਕੁਲ ਖਰਾਬ, ਦਿਨੋਂ ਦਿਨ ਸਿਹਤ ਗਿਰਦੀ ਗਈ। ਹੁਣ ਹਿੰਦੁਸਤਾਨ ਦਾ ਸ਼ਹਿਨਸ਼ਾਹ ਸ਼ਾਹਜਹਾਨ ਬਾਦਸ਼ਾਹ, ਕਿਸੇ ਚੀਜ਼ ਦਾ ਘਾਟਾ ਨਹੀਂ, ਉਹਨੇ ਆਪਣੇ ਬੇਟੇ ਦਾ ਇਲਾਜ ਕਰਾਉਣ ਦਾ ਹਰ ਯਤਨ ਕੀਤਾ। ਸ਼ਾਹੀ ਹਕੀਮ ਦਿਨ ਰਾਤ ਇਲਾਜ ਕਰਦੇ ਰਹੇ, ਪਰ ਦਾਰਾ ਸ਼ਿਕੋਹ ਇਹਦੀ ਸਿਹਤ ਵਿੱਚ ਸੁਧਾਰ ਨਾ ਆਇਆ। ਆਖਰਕਾਰ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਵਾਖਾਨੇ ਦੀ ਸ਼ੋਭਾ ਦਿੱਲੀ ਪਹੁੰਚੀ ਹੋਈ ਸੀ। ਸ਼ਾਹਜਹਾਨ ਭਾਵੇਂ ਨਹੀਂ ਸੀ ਚਾਹੁੰਦਾ, ਪਰ ਸ਼ਾਹਜਹਾਨ ਨੇ ਆਖਰ ਮਜਬੂਰ ਹੋ ਕੇ, ਕਿਹਾ ਜਾਂਦਾ ਕਿ ਆਪਣੇ ਹੱਥੀਂ ਚਿੱਠੀ ਸਤਿਗੁਰੂ ਪਾਤਸ਼ਾਹ ਮਹਾਰਾਜ ਵੱਲ ਲਿਖੀ, ਅਤੇ ਕੀਰਤਪੁਰ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ ਉਹ ਚਿੱਠੀ ਪਹੁੰਚੀ। ਭਾਵੇਂ ਕੁਝ ਸੰਗਤਾਂ, ਕੁਝ ਸਿੱਖਾਂ ਦਾ ਖਿਆਲ ਸੀ ਕਿ ਇਹ ਉਹੀ ਦਿੱਲੀ ਦਾ ਤਖਤ ਹੈ ਜਿਸ ਤਖਤ ਦੇ ਆਦੇਸ਼ ਦੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਬੰਦ ਕੀਤਾ ਗਿਆ, ਪੰਚਮ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਅਤੇ ਫਿਰ ਉਹਦੀ ਇਹ ਬੇਨਤੀ ਕਿਉਂ ਮੰਨੀ ਜਾਵੇ। ਪਰ ਪਰਉਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਨਹੀਂ ਭਾਈ, ਮਾੜਿਆਂ ਨਾਲ ਵੀ ਬੁਰਾ ਵਿਹਾਰ ਹੀ ਠੀਕ ਰਹਿੰਦਾ ਹੈ। ਭਾਵ ਕਿ ਜਿਸ ਤਰ੍ਹਾਂ ਬਚਨ ਆਉਂਦਾ ਹੈ, ਫਰੀਦਾ ਬੁਲੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਹਨਾਂ ਦਵਾਈਆਂ ਦੀ ਮੰਗ ਕੀਤੀ। ਹੁਣ ਦਵਾਈਆਂ ਦਾ ਜ਼ਿਕਰ ਕੀ ਹੈ? ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਲਿਖ ਭੇਜਿਆ, ਅਸੀਂ ਦਾਰਾ ਸ਼ਿਕੋਹ ਦੇ ਇਲਾਜ ਵਾਸਤੇ ਸਾਨੂੰ ਕੁਝ ਦਵਾਈਆਂ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਇੱਕ ਨੁਸਖਾ ਤਿਆਰ ਕਰਕੇ ਦਾਰਾ ਸ਼ਿਕੋਹ ਦੀ ਜਾਨ ਨੂੰ ਅਸੀਂ ਬਚਾਉਣ ਦਾ ਯਤਨ ਕਰ ਰਹੇ ਹਾਂ। ਉਹ ਇਹ ਸੀ ਕਿ ਇੱਕ ਗਜ ਮੋਤੀ, 14 ਸਰਸਾਹੀ ਦੀ ਹਰੜ, 7 ਮਾਸੇ ਦਾ ਲੌਂਗ, ਕੁਝ ਚੀਜ਼ਾਂ ਦਾ ਹੋਰ ਚੀਜ਼ਾਂ ਦਾ ਵੀ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਸੋ ਇਹ ਖਾਸ ਚੀਜ਼ਾਂ, ਗਜ ਮੋਤੀ, 14 ਸਰਸਾਹੀ ਦੀ ਹਰੜ, 7 ਮਾਸੇ ਦਾ ਲੌਂਗ ਅਤੇ ਕੁਝ ਹੋਰ ਚੀਜ਼ਾਂ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਦਿੱਲੀ ਵੱਲ ਭੇਜੀਆਂ, ਜਿਸ ਦੇ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋਇਆ, ਹੌਲੀ ਹੌਲੀ ਉਹ ਅਰੋਗ ਹੋਇਆ। ਅਤੇ ਕੁਝ ਸਮੇਂ ਬਾਅਦ ਦਾਰਾ ਸ਼ਿਕੋਹ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਨ ਵੀ ਆਇਆ ਸੀ,
ਅਤੇ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਦਰ ਤੇ ਆ ਕੇ ਦਾਰਾ ਸ਼ਿਕੋਹ ਨੇ ਕੁਝ ਚੀਜ਼ਾਂ ਵੀ, ਕੁਝ ਭੇਟਾਵਾਂ ਵੀ ਸਤਿਗੁਰਾਂ ਦੇ ਚਰਨਾਂ ਤੇ ਅਰਪਣ ਕੀਤੀਆਂ ਸਨ। ਸੋ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਸਾਰੇ ਪਾਸੇ ਇਹ ਗੱਲ ਕਿ ਮਰੀਜ਼ਾਂ ਦੀ, ਦੁਖੀਆਂ ਦੀ ਸੇਵਾ, ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਫਾਖਾਨੇ ਨੂੰ ਬੜਾ ਵੱਡਾ ਵਧਾਇਆ। ਅਤੇ ਕਈਆਂ ਨੇ ਜ਼ਿਕਰ ਕੀਤਾ ਕਿ ਜਿੱਥੇ ਜਿੱਥੇ ਵੀ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਧਰਮਸ਼ਾਲ ਖੋਲ੍ਹਦੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੁਰੂ ਘਰ ਨੂੰ ਅੱਜ ਅਸੀਂ ਗੁਰਦੁਆਰਾ, ਗੁਰੂ ਘਰ ਕਹਿ ਦਿੰਦੇ ਹਾਂ, ਉਹਨਾਂ ਸਮਿਆਂ ਦੇ ਵਿੱਚ ਧਰਮਸ਼ਾਲ ਕਿਹਾ ਜਾਂਦਾ ਸੀ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਜ਼ਿਕਰ ਵੀ ਆਉਂਦਾ ਹੈ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਸੋ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਿੰਨੀਆਂ ਵੀ ਧਰਮਸ਼ਾਲਾਵਾਂ ਖੋਲ੍ਹੀਆਂ, ਤਕਰੀਬਨ ਬਹੁਤੀਆਂ ਦੇ ਨਾਲ ਸਭਾਖਾਨਾ, ਦਵਾਖਾਨਾ ਜ਼ਰੂਰ ਹੋਇਆ ਕਰਦਾ ਸੀ। ਪਰ ਸਭ ਤੋਂ ਵੱਡਾ ਜੋ ਦਵਾਖਾਨਾ ਹੈ ਉਹ ਕੀਰਤਪੁਰ ਸਾਹਿਬ, ਜਿੱਥੇ ਬਹੁਤ ਵੱਡੇ ਵੱਡੇ ਹਕੀਮ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰੱਖੇ ਸਨ। ਅਤੇ ਉਸੇ ਸਭਾਖਾਨੇ ਦੇ ਵਿੱਚ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਰਬਾਰ ਵਿੱਚ ਅੱਜ ਆਪਾਂ ਬੈਠੇ ਹਾਂ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵੀ ਆਪਣੇ ਸਤਿਕਾਰਯੋਗ ਪਿਤਾ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਉਹ ਵੀ ਸਵੇਰੇ ਦਰਬਾਰ ਦੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰੋਜ਼ਾਨਾ ਪਾਲਕੀ ਤੇ ਸਵਾਰ ਹੋ ਕੇ ਆਪਣੇ ਨਿੱਜੀ ਸਥਾਨ ਤੋਂ, ਦੀਵਾਨ ਸਥਾਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਭਾਖਾਨਾ, ਦਵਾਖਾਨਾ ਜ਼ਰੂਰ ਜਾਇਆ ਕਰਦੇ ਸਨ। ਅਤੇ ਜੋ ਉਹਨਾਂ ਦੇ ਪਿਤਾ ਨੇ ਜੜੀ ਬੂਟੀਆਂ, ਬਹੁਤ ਸੋਹਣੇ ਰੁੱਖ ਲਾਏ, ਸੋ ਉਹਨਾਂ ਰੁੱਖਾਂ ਦੀ ਸਾਂਭ ਸੰਭਾਲ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵੀ ਇਹ ਸਭ ਦੇਖਦੇ ਰਹੇ। ਉਹਨਾਂ ਸਮੇਂ ਦੇ ਵਿੱਚ ਹੀ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਤਖਤ ਤੋਂ ਜਾਂ ਸਿੰਘਾਸਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਪਾਲਕੀ ਸਵਾਰ ਹੋ ਕੇ ਸਭਾਖਾਨਾ ਜਾ ਰਹੇ ਸਨ, ਉਦੋਂ ਹੀ ਗੁਰੂ ਘਰ ਦੇ ਵਿਰੋਧੀਆਂ ਨੇ ਇੱਕ ਕੋੜੀ ਨੂੰ 8ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਲਟਾਇਆ ਸੀ। ਸੋ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸਾਰੇ ਜੋ ਨਵੇਂ ਨਿਯਮ ਹੈ, ਜਾਂ ਇਹ ਕਹਿ ਲਈਏ ਕਿ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਸਿੱਖੀ ਦੀ ਘਾਟ ਘੜੀ ਗਈ, ਸਿੱਖੀ ਦੀ ਆਰੰਭਤਾ, ਤਾਂ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਕੁਝ ਨਿਯਮਾਂ ਨੂੰ ਪੱਕੇ ਕਰ ਦਿੱਤਾ। ਜਿਸ ਤਰ੍ਹਾਂ ਲੰਗਰ ਦੀ ਮਹਾਨਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਲੰਗਰ ਦੇ ਪ੍ਰਤੀ ਸਮੇਂਬੰਧ ਲੰਗਰ ਕੀਤਾ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਵ ਕਿ ਲੰਗਰ ਦੀ ਸਮਾਂ ਸਾਰਨੀ ਕਿ ਸਵੇਰ ਦਾ ਲੰਗਰ, ਦੁਪਹਿਰ ਦਾ ਲੰਗਰ, ਸ਼ਾਮ ਦਾ ਲੰਗਰ, ਜਿੱਥੇ ਇਹ ਸੀ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਖਾਸ ਹਦਾਇਤ ਕੀਤੀ ਕਿ ਇਹ ਭਾਈ ਭੁੱਖ ਦਾ ਕੋਈ ਸਮਾਂ ਨਹੀਂ ਹੈ। ਦੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਿ ਇਹ ਭਾਈ ਭੁੱਖ ਦਾ ਸਮਾਂ ਕੋਈ ਨਹੀਂ। ਅਤੇ ਆਪਣੇ ਖਾਸ ਕਰਕੇ ਸਮੁੱਚੇ ਲਾਂਗਰੀਆਂ ਨੂੰ ਇਹ ਜ਼ਿਕਰ ਕੀਤਾ, ਇਹ ਹੁਕਮ ਕੀਤਾ ਕਿ ਲੋੜਵੰਦ, ਭੁੱਖਾ, ਅਤਿਥੀ, ਯਾਤਰੀ ਕਿਸੇ ਵੇਲੇ ਵੀ ਆ ਜਾਵੇ, ਉਹ ਕਿਸੇ ਵੀ ਲੰਗਰ ਵਿੱਚੋਂ ਉਹ ਭੁੱਖਾ ਨਹੀਂ ਜਾਣਾ ਚਾਹੀਦਾ। ਜਿਹੜੇ ਰੋਜ਼ਾਨਾ ਲੰਗਰ ਛਕਣ ਵਾਲੇ, ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਲੇ, ਪੱਕੇ ਰਹਿਣ ਵਾਲੇ, ਉਹਨਾਂ ਵਾਸਤੇ ਲੰਗਰ ਦਾ ਨਿਯਮ ਵੱਖਰਾ ਕਿ ਇਹ ਭਾਈ ਸਮੇਂ ਦੇ ਮੁਤਾਬਕ ਹੀ ਲੰਗਰ ਛਕਣਾ ਹੈ। ਇਹ ਸਿਹਤ ਵਾਸਤੇ ਸਾਰੇ ਠੀਕ ਹੈ, ਕਿਉਂਕਿ ਜੇ ਖਾਧਾ ਪੀਤਾ ਅਸੀਂ ਸਾਡੇ ਖਾਣ ਪੀਣ ਦੇ ਸਮੇਂ ਦੇ ਵਿੱਚ ਜੇ ਰੋਜ਼ਾਨਾ ਬਦਲਾਅ ਆਉਂਦਾ ਰਹੇਗਾ, ਅਸੀਂ ਸਮੇਂ ਦਾ ਖਿਆਲ ਨਾ ਰੱਖਾਂਗੇ ਤਾਂ ਸਿਹਤ ਵਿੱਚ ਵਿਗਾੜ ਆ ਜਾਂਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਮਾਂ ਬਣਾਇਆ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਲ ਖਾਸ ਹਦਾਇਤ ਕੀਤੀ ਕਿ ਇਹ ਭਾਈ ਜੇ ਸਮੇਂ ਤੋਂ ਕੁੱਥਿਆ ਹੋਇਆ ਆ ਜਾਵੇ, ਇਤਿਹਾਸ ਵਿੱਚ ਲਫ਼ਜ਼ ਆਉਂਦਾ ਸਮੇਂ ਤੋਂ ਕੁੱਥਿਆ, ਸਮੇਂ ਤੋਂ ਖੁੰਝਿਆ ਜਾਂ ਲੋੜਵੰਦ ਯਾਤਰੀ ਆ ਜਾਵੇ, ਉਹਨੂੰ ਉਸੇ ਸਮੇਂ ਲੰਗਰ ਤਿਆਰ ਕਰਕੇ ਦੇਣਾ ਹੈ। ਭਾਵੇਂ ਕਈ ਜ਼ਿਕਰ ਵੀ ਆਉਂਦੇ ਆ ਭਾਈ ਫੇਰੂ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਜੀਵਨ ਇੰਨਾ ਜ਼ਿਆਦਾ ਲੰਮਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜੀਵਨ ਦੀਆਂ ਗਾਥਾਵਾਂ ਹੀ ਇੰਨੀਆਂ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਕਹਿਣਾ ਬਹੁਤ ਮੁਸ਼ਕਲ ਹੈ। ਹੁਣ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਦੇਸ਼ ਦਿੱਤਾ ਕਿ ਸੰਗਤ ਕਿਸੇ ਵੇਲੇ ਵੀ ਆ ਜਾਵੇ, ਕਿਸੇ ਵੇਲੇ ਵੀ ਕੋਈ ਲੋੜਵੰਦ ਆ ਜਾਵੇ, ਕਿਹਾ ਜਾਂਦਾ ਹੈ ਭਾਈ ਫੇਰੂ ਜੀ। ਭਾਈ ਫੇਰੂ ਜੀ ਜਿਸ ਦਾ ਪਹਿਲਾ ਨਾਮ ਸੰਗਤ ਸੀ, ਭਾਈ ਫੇਰੂ ਜੀ ਐਸੇ ਮਹਾਂਪੁਰਖ ਹੋਏ ਹੈ ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਘਾਟ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਨੇ ਘੜੀ। ਅਤੇ ਉਹ ਭਾਈ ਭਗਤੂ ਜੀ ਦੇ ਪ੍ਰੇਮ ਨੂੰ ਦੇਖ ਕੇ
ਭਾਈ ਭਗਤੂ ਜੀ ਦੀ ਸਿੱਖੀ ਤੋਂ, ਭਾਈ ਭਗਤੂ ਜੀ ਦੇ ਸਿੱਖੀ ਵਾਲੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਫੇਰੂ ਜੀ ਗੁਰੂ ਘਰ ਵਿੱਚ ਆਏ ਸਨ। ਭਾਵੇਂ ਭਾਈ ਫੇਰੂ ਜੀ ਸਤਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ਾਂ ਦੇ ਵਿੱਚ ਉਹਨਾਂ ਨੂੰ ਸੰਗਤ ਸਾਹਿਬੇ ਵੀ ਕਿਹਾ ਜਾਂਦਾ ਹੈ ਇਹ ਬਖਸ਼ਿਸ਼ਾਂ ਦੇ ਵਿੱਚ, ਕਿਉਂਕਿ ਭਾਈ ਫੇਰੂ ਜੀ ਦਾ ਪਹਿਲਾ ਨਾਮ ਸੰਗਤ ਭਾਈ ਸੰਗਤਾ ਸੀ ਜਾਂ ਸੰਗਤ ਸੀ, ਅਤੇ ਉਹਨਾਂ ਦਾ ਕਾਰਨ ਸੀ ਫੇਰੀ ਲਾ ਕੇ ਤੁਰ ਫਿਰ ਕੇ ਆਪਣਾ ਵਪਾਰ ਕਰਨਾ, ਤੁਰ ਫਿਰ ਕੇ ਆਪਣਾ ਕਾਰੋਬਾਰ ਕਰਨਾ। ਇਸ ਕਰਕੇ ਉਹ ਫੇਰੀ ਲਾਉਣ ਦੇ ਕਾਰਨ ਉਹਨਾਂ ਦਾ ਨਾਮ ਫੇਰੂ ਹੀ ਪ੍ਰਸਿੱਧ ਹੋਇਆ। ਹੁਣ ਭਾਈ ਫੇਰੂ ਜੀ ਦੇ ਲੰਗਰ ਦੇ ਵਿੱਚ ਇੱਕ ਵਾਰ ਕੁਝ ਸੰਗਤਾਂ ਸਮੇਂ ਤੋਂ ਅੱਗੇ ਪਿੱਛੇ ਆਈਆਂ। ਭਾਈ ਫੇਰੂ ਜੀ ਦੇ ਵਰਤਾਵਿਆਂ ਨੇ, ਭਾਈ ਫੇਰੂ ਜੀ ਦੇ ਅੱਗੇ ਲਾਂਗਰੀਆਂ ਨੇ ਉਸੇ ਸਮੇਂ ਜੋ ਸੰਗਤਾਂ ਬੈਠੀਆਂ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕਰ ਦਿੱਤੇ। ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਇੱਕ ਪਾਸੇ ਮਿੱਸੇ ਪ੍ਰਸ਼ਾਦੇ ਜੋ ਆਮ ਸ਼ਬਦਾਵਲੀ ਵਿੱਚ ਗੁਰੂ ਘਰ ਵਿੱਚ ਰਾਤ ਦੇ ਪ੍ਰਸ਼ਾਦੇ ਜਾਂ ਬੇ ਪ੍ਰਸ਼ਾਦਿਆਂ ਨੂੰ ਮਿੱਸੇ ਪ੍ਰਸ਼ਾਦੇ ਕਿਹਾ ਜਾਂਦਾ ਹੈ, ਉਹ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕਰ ਦਿੱਤੇ। ਇੱਕ ਪਾਸੇ ਪਰੌਂਠੇ ਵਰਤਾਉਣੇ ਸ਼ੁਰੂ ਕਰ ਦਿੱਤੇ। ਤਾਂ ਕਿਸੇ ਸਿੱਖ ਨੇ ਉੱਠ ਕੇ ਭਾਈ ਫੇਰੂ ਜੀ ਨੂੰ ਬਚਨ ਕੀਤਾ ਕਿ ਭਾਈ ਫੇਰੂ ਦਾ ਲੰਗਰ ਕਾਣਾ। ਤਾਂ ਦੋਨੋਂ ਹੱਥ ਜੋੜ ਕੇ ਭਾਈ ਫੇਰੂ ਜੀ ਨੇ ਜ਼ਿਕਰ ਬੇਨਤੀ ਕੀਤੀ ਕਿ ਇਹ ਭਾਈ ਗੁਰੂ ਕੇ ਲੰਗਰ ਨੂੰ ਕਾਣਾ ਨਾ ਕਹੋ, ਗੁਰੂ ਕਾ ਲੰਗਰ ਕਾਣਾ ਨਹੀਂ ਹੈ। ਇਹ ਇਹਨਾਂ ਵਰਤਾਵਿਆਂ ਦੀ ਭੁੱਲ ਹੈ, ਇਹ ਵਰਤਾਵਿਆਂ ਦੀ ਭੁੱਲ ਹੈ ਕਿ ਕਿਸੇ ਨੇ ਹੱਥ ਵਿੱਚ ਮਿੱਸੇ ਪ੍ਰਸ਼ਾਦੇ ਪਕੜ ਲਏ ਹੈ ਤੇ ਕਿਸੇ ਨੇ ਪਰੌਠੇ ਪਕੜ ਲਏ ਹੈ। ਗੁਰੂ ਕਾ ਲੰਗਰ ਕਾਣਾ ਨਹੀਂ ਹੈ, ਗੁਰੂ ਕਾ ਲੰਗਰ ਇੱਕ ਸਾਰ ਵਰਦਾ ਹੈ। ਸੋ ਭਾਈ ਫੇਰੂ ਜੀ ਜਿਨ੍ਹਾਂ ਦਾ ਬਹੁਤ ਹੀ ਪਿਆਰਾ ਜੀਵਨ, ਗੁਰੂ ਘਰ ਤੋਂ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਆਪ ਜਾਣਦੇ ਹੋ ਕਿਸ ਤਰ੍ਹਾਂ ਭਾਈ ਫੇਰੂ ਜੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਸੰਦ ਪ੍ਰਥਾ ਬੰਦ ਕੀਤੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪੇਸ਼ ਭਾਈ ਫੇਰੂ ਜੀ ਨੂੰ ਵੀ ਕੀਤਾ ਗਿਆ। ਤਾਂ ਭਾਈ ਫੇਰੂ ਜੀ ਆਪਣੀ ਦਾੜੀ ਆਪ ਪਕੜ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੇਸ਼ ਹੋਏ ਸਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਭਾਈ ਫੇਰੂ ਤੇਰੀ ਦਾੜੀ ਸੱਚੀ। ਸੋ ਇਸ ਤਰ੍ਹਾਂ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ, ਮੈਂ ਕੁਝ ਗੱਲਾਂ ਆਪ ਜੀ ਨੂੰ ਲੰਗਰ ਦੇ ਮੁਤਲਕ ਸਾਂਝੀਆਂ ਕਰ ਲਵਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲੰਗਰ ਦਾ ਜਿੱਥੇ ਸਮਾਂ ਬੰਨਿਆ ਨਾਲ ਹਦਾਇਤ ਕੀਤੀ ਕਿ ਸਮੇਂ ਤੋਂ ਕੁੱਥਾ ਆਵੇ ਉਹਨੂੰ ਵੀ ਲੰਗਰ ਛਕਾਉਣਾ ਹੈ, ਉਹਦਾ ਖਾਸ ਖਿਆਲ ਰੱਖਣਾ। ਜੋ ਸਮੇਂ ਤੋਂ ਅੱਗੇ ਪਿੱਛੇ ਆਵੇ, ਭਾਵ ਕਿ ਦੂਰੋਂ ਕੋਈ ਚੱਲ ਕੇ ਆਇਆ, ਦੂਰੋਂ ਲੋੜਵੰਦ ਆਇਆ, ਕੋਈ ਮਰੀਜ਼ ਹੈ, ਉਸ ਦੇ ਲੰਗਰ ਦਾ ਖਾਸ ਖਿਆਲ ਰੱਖਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਬ ਵਿੱਚ ਉਹਨਾਂ ਸਮਿਆਂ ਦੇ ਵਿੱਚ ਕਿਤੇ ਕਾਲ ਪਿਆ, ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲੰਗਰ ਖੋਲ੍ਹ ਦਿੱਤੇ ਸੀ। ਤੇ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਦਾਇਤ ਕੀਤੀ ਕਿ ਲੰਗਰ ਛਕਾਉਣ ਤੋਂ ਪਹਿਲਾਂ, ਜਦੋਂ ਲੰਗਰ ਤਿਆਰ ਹੋ ਜਾਵੇ, ਪੰਗਤਾਂ ਬਿਠਾਉਣ ਤੋਂ ਪਹਿਲਾਂ ਨਗਾਰਾ ਜ਼ਰੂਰ ਵਜਾਉਣਾ ਹੈ। ਲੰਗਰ ਦੇ ਸਮੇਂ ਨਗਾਰੇ ਦੀ ਜੋ ਰਵਾਇਤ ਹੈ ਨਾ, ਭਾਵੇਂ ਨਗਾਰਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਗੁਰੂ ਘਰ ਵਿੱਚ ਆਇਆ ਸੀ, ਪਰ ਲੰਗਰ ਦੇ ਸਮੇਂ ਵੀ ਨਗਾਰਾ ਵਜਾਉਣ ਦਾ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਇਹ ਨਿਯਮ ਪੱਕਾ ਹੋਇਆ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਖੜੇ ਹੋ ਕੇ ਅਰਦਾਸ ਕਰਨ ਦਾ ਨਿਯਮ ਵੀ ਪੱਕਾ ਬਣਿਆ ਕਿ ਜਦੋਂ ਅਰਦਾਸ ਕਰਨੀ ਹੈ ਦੋਨੋਂ ਹੱਥ ਜੋੜ ਕੇ ਖੜੇ ਹੋ ਕੇ ਅਰਦਾਸ ਕਰਨੀ ਹੈ। ਇਹ ਨਿਯਮ ਵੀ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੰਨਿਆ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੇ ਨਿਯਮ ਬੰਨ੍ਹ ਦਿੰਦੇ ਸਨ ਉਹਨਾਂ ਨੂੰ ਪਰਖਦੇ ਵੀ ਸਨ। ਇੱਕ ਵਾਰੀ ਦੀ ਗੱਲ ਹੈ ਕਿ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ, ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸ ਤਰ੍ਹਾਂ ਹਿਰਦੇ ਦੀਆਂ ਜਾਣਨ ਵਾਲੇ, ਕਿਸ ਤਰ੍ਹਾਂ ਰਹਿਮਤ ਕਰਨ ਵਾਲੇ, ਕਿਸ ਤਰ੍ਹਾਂ ਗੁਰੂ ਗਰੀਬ ਨਵਾਜ਼ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਵੇਰੇ ਦੀਵਾਨ ਦੇ ਵਿੱਚ ਸ਼ੋਭਤ ਹੁੰਦੇ ਅਤੇ ਫਿਰ ਲੰਗਰ ਪ੍ਰਸ਼ਾਦ ਛਕਦੇ। ਉਸ ਤੋਂ ਬਾਅਦ ਤਕਰੀਬਨ ਲੋਢੇ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ, ਕਿਉਂਕਿ ਸਤਿਗੁਰਾਂ ਦੇ ਨਾਲ 2200 ਘੋੜਸਵਾਰ ਹਮੇਸ਼ਾ ਹੁੰਦੇ ਸਨ, ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਸਨ ਜਾਂ ਇਹ ਹਦਾਇਤਾਂ ਕੀਤੀਆਂ ਸਨ ਕਿ ਇਹ ਬੇਟਾ ਇਹ 2200 ਘੋੜਸਵਾਰ ਪੱਕੇ ਨਾਲ ਰੱਖਣੇ, ਭਾਵੇਂ ਕਿ ਤੁਹਾਡੇ ਸਮੇਂ ਯੁੱਧ ਕਰਨ ਦਾ ਤੁਹਾਨੂੰ ਇਹ ਸਮਾਂ ਨਹੀਂ ਮਿਲੇਗਾ ਜਾਂ ਯੁੱਧ ਕਰਨ ਦੀ ਨੌਬਤ ਤੁਹਾਡੇ ਜੀਵਨ ਕਾਲ ਦੇ ਵਿੱਚ ਨਹੀਂ ਆਏਗੀ, ਪਰ 2200 ਘੋੜਸਵਾਰ ਆਪਣੇ ਨਾਲ ਜ਼ਰੂਰ ਰੱਖਣੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ 2200 ਘੋੜਸਵਾਰ, ਘੁੜਸਵਾਰਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਣ ਲੋਢੇ ਵੇਲੇ ਜ਼ਰੂਰ ਜਾਂਦੇ।
ਹੁਣ ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਲੋਢੇ ਵੇਲੇ ਸ਼ਿਕਾਰ ਖੇਡਣ ਨੂੰ ਚੱਲੇ ਹੈ। ਪ੍ਰਸ਼ਾਦਾ ਆਦਿਕ ਛਕ ਕੇ ਕੁਝ ਸਮਾਂ ਆਰਾਮ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਿਕਾਰ ਨੂੰ ਚੱਲੇ ਹੈ। ਪਰ ਰਸਤੇ ਵਿੱਚ ਜਾਂਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਘੋੜੇ ਤੇ ਇੱਕ ਝੁੰਗੀ ਦੇ ਸਾਹਮਣੇ ਰੁਕੇ ਹੈ। ਕਿਹਾ ਜਾਂਦਾ ਹੈ ਕਿ ਉੱਥੇ ਇੱਕ ਬਜ਼ੁਰਗ ਮਾਈ ਤਾਂਬੋ, ਇਤਿਹਾਸ ਵਿੱਚ ਮਾਈ ਦਾ ਨਾਮ ਤਾਂਬੋ ਆਉਂਦਾ ਹੈ। ਉਸ ਮਾਈ ਨੇ ਬਹੁਤ ਦਿਨਾਂ ਤੋਂ ਮਨ ਵਿੱਚ ਇਹ ਸੰਕਲਪ ਕੀਤਾ ਹੋਇਆ ਸੀ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਮੈਂ ਆਪਣੀ ਕਿਰਤ ਕਰਕੇ ਮਿਹਨਤ ਦੀ ਕਮਾਈ ਦੇ ਨਾਲ ਮੈਂ ਇੱਕ ਟਕਾ ਇਕੱਠਾ ਕੀਤਾ ਹੈ ਅਤੇ ਇਸ ਟਕੇ ਦੀ ਉਹਨੇ ਆਪਣੇ ਘਰੇ ਰਸਤ ਲੈ ਕੇ ਆਂਦੀ ਕਿ ਇਹ ਜੋ ਮੈਂ ਰਸਤ ਲੈ ਕੇ ਆਂਦੀ ਹੈ ਇਹਦੇ ਨਾਲ 2 ਫੁਲਕੇ ਤਿਆਰ ਕੀਤੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਇਹ ਫੁਲਕੇ ਛਕ ਲੈਣਗੇ, ਕਿਉਂਕਿ ਗਰੀਬ ਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ। ਹੁਣ ਮਾਈ ਅਤ ਗਰੀਬਨ ਮਿਹਨਤ ਕਰਕੇ ਕਿਰਤ ਕਰਕੇ ਉਹਨੇ ਟਕਾ ਕਮਾਇਆ, ਕੁਝ ਪ੍ਰਸ਼ਾਦੇ ਤਿਆਰ ਕੀਤੇ, ਮਨ ਵਿੱਚ ਖਿਆਲ ਕੀਤਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੈਂ ਦਰ ਤੇ ਜਾਵਾਂ ਤਾਂ ਮੈਨੂੰ ਉੱਥੇ ਸਤਿਗੁਰਾਂ ਦੇ ਹਜ਼ੂਰੀ ਵਿੱਚ ਕਿਹਨੇ ਜਾਣ ਦੇਣਾ, ਇਸ ਤਰ੍ਹਾਂ ਦਾ ਉਹਦੇ ਮਨ ਦਾ ਖਿਆਲ। ਸੋ ਖੈਰ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਘੋੜੇ ਤੇ ਸਵਾਰ ਸ਼ਿਕਾਰ ਖੇਡਣ ਜਾਂਦੇ ਆ। ਸਤਿਗੁਰੂ ਪਾਤਸ਼ਾਹ ਮਾਈ ਦੀ ਝੁੰਗੀ ਦੇ ਸਾਹਮਣੇ ਰੁਕੇ, ਆਵਾਜ਼ ਮਾਰੀ, ਹੇ ਮਾਤਾ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ। ਉਸੇ ਸਮੇਂ ਮਾਈ ਗਦਗਦ ਹੋਈ ਇਹ ਮਾਈ ਤਾਂਬੋ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਵੇਂ ਗੁਜ਼ਾਰਿਸ਼ ਕੀਤੀ ਘੋੜੇ ਤੋਂ ਹੇਠਾਂ ਉਤਰਨ ਵਾਸਤੇ, ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਮਾਈ ਨਹੀਂ, ਜੋ ਤਿਆਰ ਹੈ ਉਹ ਪ੍ਰਸ਼ਾਦੇ ਹੁਣੇ ਹੀ ਛਕਾ ਦੇਵੋ। ਤਾਂ ਮਾਤਾ ਨੇ ਉਹ ਪੋਣੇ ਵਿੱਚ ਲਪੇਟੇ ਹੋਏ 2 ਪ੍ਰਸ਼ਾਦੇ ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਘੋੜੇ ਤੇ ਖੜਿਆਂ ਹੀ ਉਹ ਪ੍ਰਸ਼ਾਦੇ ਛਕੇ। ਹੁਣ ਥੋੜਾ ਸਮਾਂ ਲੰਘਿਆ, ਗੁਰਸਿੱਖਾਂ ਨੇ ਵਿਚਾਰਿਆ ਕਿ ਇਹ ਲੋਢਾ ਵੇਲਾ ਹੋਇਆ, ਕਿਉਂਕਿ ਸਵੇਰ ਦੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਛਕ ਲੈਂਦੇ ਹੈ, ਫਿਰ ਕੁਝ ਸਮਾਂ ਆਰਾਮ ਕਰਦੇ ਹੈ, ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਿਕਾਰ ਨੂੰ ਜਾਂਦੇ ਹੈ। ਹੋ ਸਕਦਾ ਹੈ ਲੋਢੇ ਵੇਲੇ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭੁੱਖ ਲੱਗਦੀ ਆਵੇ। ਦੂਸਰਾ ਦਿਨ ਹੋਇਆ ਹੈ, ਗੁਰਸਿੱਖਾਂ ਨੇ ਲੰਗਰ ਤਿਆਰ ਕਰਕੇ ਨਾਲ ਬੰਨ੍ਹ ਲਿਆ ਅਤੇ ਜਦੋਂ ਉਹੀ ਸਮਾਂ ਹੋਇਆ ਤੇ ਸਤਿਗੁਰਾਂ ਨੂੰ ਗੁਜ਼ਾਰਿਸ਼ ਕੀਤੀ, ਹੈ ਸਤਿਗੁਰੂ ਪਾਤਸ਼ਾਹ ਅੱਜ ਅਸੀਂ ਲੰਗਰ ਨਾਲ ਲੈ ਕੇ ਆਏ ਹਾਂ ਅਤੇ ਆਪ ਜੀ ਨੇ ਲੰਗਰ ਛਕਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ, ਲੰਗਰ ਤਿਆਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਕਿਹੜੀ ਮਰਜ਼ਾਦਾ, ਇਹ ਕਿਹੜੀ ਲੰਗਰ ਦੀ ਬੇਤਰਤੀਬੀ, ਇਹ ਲੰਗਰ ਛਕਣ ਦਾ ਸਮਾਂ। ਗੁਰਸਿੱਖਾਂ ਨੇ ਗੁਜ਼ਾਰਿਸ਼ ਕੀਤੀ, ਸਤਿਗੁਰੂ ਦਾਤਾ ਕੱਲ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੱਲ ਵਾਲੀ ਗੱਲ ਕੱਲ ਸੀ, ਉਹ ਉਸ ਮਾਈ ਦੇ ਇੱਕ ਪ੍ਰੇਮ ਦੀ ਗੱਲ ਸੀ, ਪਰ ਲੰਗਰ ਦੀ ਮਰਜ਼ਾਦਾ ਵਿੱਚ ਕਦੇ ਫਰਕ ਨਹੀਂ ਪਾਉਣਾ, ਗੁਰੂ ਕਾ ਲੰਗਰ ਸਮੇਂ ਦੇ ਮੁਤਾਬਕ। ਸੋ ਇਸ ਤਰ੍ਹਾਂ ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਰਹਿਮਤਾਂ, ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਤਾਂ ਉਹਨਾਂ ਨੇ ਝੜੀ ਹੀ ਲਾਈ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਜੀਵਨ ਦੇਖ ਕੇ ਦੇਖੀਏ, ਇਹ ਜੋ ਅੱਜ ਅਸੀਂ ਦੇਖਦੇ ਆ ਨਾ, ਨਾਭਾ, ਪਟਿਆਲਾ, ਜੀਂਦ, ਕੈਂਥਲ, ਇਹ ਜਿੰਨੇ ਵੀ ਰਾਜੇ ਹੋਏ ਹੈ, ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੇ ਬਜ਼ੁਰਗਾਂ ਤੇ ਕਿਰਪਾ ਕੀਤੀ। ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਮਾਲਵੇ ਦੇ ਵਿੱਚ, ਜਿੱਥੇ ਇਹ ਨਗਰ ਮਹਾਰਾਜ ਹੈ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਈ ਵਾਰ ਇਸ ਇਲਾਕੇ ਦੇ ਵਿੱਚ ਗਏ। ਮਹਾਰਾਜ ਆਪਨੇ ਜੰਗ ਦਾ ਵੇਰਵਾ ਵੀ ਸੁਣਿਆ ਬਹੁਤ ਵਾਰੀ। ਸੋ ਇੱਥੇ ਸਤਿਗੁਰਾਂ ਦਾ ਇੱਕ ਸੇਵਕ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਜ਼ਿਕਰ ਹੁੰਦਾ ਭਾਈ ਕਾਲਾ। ਹੁਣ ਭਾਈ ਕਾਲਾ, ਉਹਦਾ ਭਰਾ ਸੀ ਭਾਈ ਰੂਪਾ, ਉਹਦੇ 2 ਬੱਚੇ ਯਤੀਮ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਬੈਠਿਆਂ ਕਾਲੇ ਨੇ, ਇਹ ਨਾਲ ਬੈਠਿਆਂ ਉਹਨਾਂ ਬੱਚਿਆਂ ਨੇ ਢਿੱਡ ਤੇ ਹੱਥ ਮਾਰਿਆ ਜਾਂ ਕੋਈ ਇਸ਼ਾਰਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਲਿਆ ਇਹ ਬੱਚੇ ਕੌਣ ਹੈ ਅਤੇ ਇਹ ਕੀ ਕਹਿ ਰਹੇ ਹੈ? ਤਾਂ ਕਾਲੇ ਨੇ ਨਿਮਰਤਾ ਦੇ ਨਾਲ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਇਹ ਮੇਰੇ ਦੋਨੋਂ ਭਤੀਜੇ ਹੈ, ਭਰਾ ਭਰਜਾਈ ਦੀ ਮੌਤ ਹੋ ਚੁੱਕੀ ਹੈ, ਇਹ ਹੁਣ ਯਤੀਮ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਮੈਂ ਕਰ ਰਿਹਾ ਅਤੇ ਇਹ ਭੁੱਖੇ ਹੈ। ਸੰਗ ਦੇ ਹੋਣ ਦੇ ਕਾਰਨ ਇਹਨਾਂ ਨੇ ਆਵਾਜ਼ ਨਹੀਂ ਲਾਈ, ਪਰ ਇਸ਼ਾਰਾ ਕਰਕੇ ਦੱਸਿਆ ਕਿ ਭੁੱਖ ਲੱਗੀ ਹੈ। ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਰਹਿਮਤ ਦੇ ਘਰ ਵਿੱਚ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਲਿਆ ਇਹ ਭੁੱਖੇ ਨਹੀਂ ਹੈ, ਇਹ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਹੈ। ਇਹਨਾਂ ਦੀ ਔਲਾਦ ਆਉਣ ਵਾਲੇ ਸਮੇਂ ਦੇ ਵਿੱਚ
ਰਾਜੇ ਬਣੇਗੀ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਿਹਾ। ਉਹ ਦੋਨਾਂ ਬੱਚਿਆਂ ਦਾ ਨਾਮ, ਇੱਕ ਦਾ ਨਾਮ ਫੂਲ ਅਤੇ ਸੰਦਲੀ। ਹੁਣ ਫੂਲ ਦੀ ਜੋ ਔਲਾਦ ਹੈ ਉਸ ਤੋਂ ਅੱਜ ਫੂਲਕੀਆ ਇਹ ਰਿਆਸਤਾਂ ਵੀ ਹੈ, ਫੂਲਕੀਆ ਗੋਤ ਵੀ ਚੱਲਿਆ ਹੋਇਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਬਚਨਾਂ ਦੇ ਨਾਲ ਫੂਲ ਜੀ ਦੇ ਅੱਗੇ ਬੇਟੇ ਭਾਈ ਰਾਮਾ ਅਤੇ ਤਲੋਕਾ ਹੋਏ ਹੈ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਰਾਮ ਸਿੰਘ ਅਤੇ ਤਲੋਕ ਸਿੰਘ ਬਣੇ। ਭਾਈ ਤਲੋਕ ਸਿੰਘ ਦੀ ਔਲਾਦ ਵਿੱਚੋਂ, ਭਾਈ ਤਲੋਕ ਸਿੰਘ ਦੀ ਜੋ ਔਲਾਦ ਹੈ ਉਹਦੇ ਵਿੱਚੋਂ ਪਟਿਆਲਾ ਅਤੇ ਜੀਂਦ ਅਤੇ ਇਸੇ ਤਰ੍ਹਾਂ ਭਾਈ ਰਾਮ ਸਿੰਘ ਦੀ ਔਲਾਦ ਵਿੱਚੋਂ ਇਹ ਤੀਸਰੀ ਜੋ ਰਿਆਸਤ ਹੈ ਉਹ ਸੀ। ਅਤੇ ਉਸ ਤੋਂ ਬਾਅਦ ਜੋ ਸਮਾਂ ਬੀਤਿਆ ਭਾਈ ਜੀਵਨ ਸਿੰਘ ਮਾਫ ਕਰਨਾ, ਭਾਈ ਜੀਵਨ ਗੋਰਾ ਤੇ ਜੀਵਨ ਭਾਈ ਭਗਤੂ ਦੇ ਬੇਟੇ ਸਨ। ਉਹਨਾਂ ਵਿੱਚੋਂ ਰਿਆਸਤ ਨਿਕਲੀ ਉਹ ਕੈਂਥਲ ਦੀ ਰਿਆਸਤ ਹੈ, ਜਿਸ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਲਿਖਿਆ ਹੈ, ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਸੋ ਕਰ ਇਸ ਤਰ੍ਹਾਂ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਜੋ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹੇ ਨਾ ਕਾਲੇ ਨੂੰ, ਉਹ ਬਿਲਕੁਲ ਅੱਜ ਸੱਤ ਹੋਏ ਹੈ। ਇਤਿਹਾਸ ਵਿੱਚ ਬਕਾਇਦਾ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਇਹ ਫੂਲ ਅਤੇ ਸੰਦਲੀ ਦੀ ਔਲਾਦ। ਅਤੇ ਇੱਕ ਗੱਲ ਹੋਰ ਹੋਈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਬਚਨ ਕੀਤਾ ਤੇ ਕਾਲੇ ਦੇ ਘਰ ਵਾਲੀ ਨੇ ਥੋੜਾ ਗਿਲਾ ਵੀ ਕੀਤਾ ਕਿ ਇਹ ਤੁਸੀਂ ਆਪਣੇ ਬੱਚਿਆਂ ਨੂੰ ਭੁੱਲ ਗਏ। ਤਾਂ ਕਿਹਾ ਜਾਂਦਾ ਕਿ ਦੂਸਰੇ ਦਿਨ ਕਾਲਾ ਆਪਣੇ ਬੱਚਿਆਂ ਨੂੰ ਸਿਖਾ ਕੇ ਲੈ ਕੇ ਗਿਆ ਸੀ ਕਿ ਤੁਸੀਂ ਵੀ ਇਸ ਤਰ੍ਹਾਂ, ਜਿਸ ਤਰ੍ਹਾਂ ਤੁਹਾਡੇ ਵੱਡੇ ਵੀਰਾਂ ਨੇ ਪੇਟ ਤੇ ਹੱਥ ਮਾਰਿਆ, ਤੁਸੀਂ ਵੀ ਇਸ ਤਰ੍ਹਾਂ ਦਾ ਨਾਟਕ ਕਰਨਾ। ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਲਿਆ ਕੱਲ ਦਾ ਸਮਾਂ ਕੱਲ ਨਾਲ ਸੀ, ਪਰ ਗੁਰੂ ਘਰ ਆਇਆ ਕੋਈ ਖਾਲੀ ਨਹੀਂ ਜਾਂਦਾ। ਇਹਨਾਂ ਦੇ ਜੋ ਔਲਾਦ ਹੈ ਨਾ ਉਹ ਵੀ ਘੋੜੇ ਜਮਨਾ ਦਾ ਪਾਣੀ ਪੀਣਗੇ। ਸੋ ਉਹ ਵੀ ਬੜੇ ਵੱਡੇ ਸਰਦਾਰ ਹੋਏ ਹੈ। ਮਾਝੇ ਦੇ ਵਿੱਚ, ਬਠਿੰਡੇ ਇਲਾਕੇ ਦੇ ਵਿੱਚ ਇਹ ਦੋ ਤਰ੍ਹਾਂ ਦੇ 22 ਸਰਦਾਰ ਬਰਾੜਾਂ ਦੇ ਵਿੱਚੋਂ ਮੰਨੇ ਜਾਂਦੇ ਹਨ। ਸੋ ਸਤਿਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਤਾ ਨਹੀਂ ਕਿੰਨੀਆਂ ਰਹਿਮਤਾਂ, ਕਿੰਨੀਆਂ ਬਖਸ਼ੀਆਂ, ਕਿੰਨੀਆਂ ਬਖਸ਼ਿਸ਼ਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਸੁਥਰੇ ਦੇ ਜੀਵਨ ਦੀ ਘਾਟ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਘੜੀ। ਭਾਈ ਸੁਥਰਾ ਆਪ ਜਾਣਦੇ ਹੋ ਕਿ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਭਾਈ ਸੁਥਰਾ ਗੁਰੂ ਘਰ ਵਿੱਚ ਆਇਆ। 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਨੇ ਇਹ ਬਦ ਸ਼ਗਨੀ ਜਾਣ ਕੇ, ਕਿਉਂਕਿ ਬਚਪਨ ਦੇ ਸਮੇਂ ਭਾਈ ਸੁਥਰੇ ਦੇ ਮੂੰਹ ਦੇ ਵਿੱਚ ਦੰਦ ਸਨ, ਤਾਂ ਉਹਨਾਂ ਸਮਿਆਂ ਦੇ ਵਿੱਚ ਵਹਿਮ ਭਰਮ ਬਹੁਤ ਪ੍ਰਚਲਿਤ ਸੀ। ਤੇ ਭਾਈ ਸੁਥਰੇ ਨੂੰ ਕਿਸੇ ਨੇ, ਮਾਤਾ ਪਿਤਾ ਨੇ ਕਿਸੇ ਦੇ ਕਹਿਣ ਤੇ ਘਰ ਦੇ ਵਿੱਚੋਂ ਬਾਹਰ ਸੁੱਟ ਦਿੱਤਾ, ਕੁਤਰਾ ਜਾਣ ਕੇ, ਬਦ ਸ਼ਗਨਾ ਜਾਣ ਕੇ। ਤਾਂ ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜ਼ਿਕਰ ਕੀਤਾ, ਸਤਿਗੁਰੂ ਦਾਤਾ ਜੋ ਆਪ ਪੁੱਛ ਰਹੇ ਹੋ ਕਿ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ, ਇਹ ਬਾਲਕ ਰੋ ਰਿਹਾ ਹੈ, ਪਰ ਇਹ ਬਾਲਕ ਕੁਤਰਾ ਹੈ, ਇਹਦੇ ਮੂੰਹ ਦੇ ਵਿੱਚ ਵੱਡੇ ਵੱਡੇ ਦੰਦ ਹੈ, ਜਨਮ ਦੇ ਸਮੇਂ ਤੋਂ ਹੀ। ਇਸ ਕਰਕੇ ਬਦ ਸ਼ਗਨੀ ਸਮਝ ਕੇ ਇਸ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬੱਚੇ ਦੀ ਸਾਂਭ ਸੰਭਾਲ ਕੀਤੀ ਤੇ ਨਾਮ ਦਿੱਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਥਰਾ, ਕਿ ਇਹ ਕੁਥਰਾ ਨਹੀਂ ਹੈ, ਇਹ ਸੁਥਰਾ ਹੈ। ਅਤੇ ਉਹ ਸੁਥਰਾ ਜੋ ਬਾਲਕ ਹੋਇਆ ਨਾ, ਭਾਈ ਸੁਥਰੇ ਸ਼ਾਹੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਉਹ ਸੁਥਰੇ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਹੈ। ਭਾਈ ਸੁਥਰੇ ਨੇ ਬਾਣੀ ਦਾ ਇੰਨਾ ਸਨਮਾਨ ਕੀਤਾ, ਬਾਣੀ ਦੇ ਨਾਲ ਸਾਨੂੰ ਇੰਨਾ ਜੋੜਿਆ, ਉਹਨਾਂ ਦੇ ਜੀਵਨ ਦੀਆਂ ਗਾਥਾਵਾਂ, ਕਿ ਕਿਹਾ ਜਾਂਦਾ ਹੈ ਕਿ ਇੱਕ ਵਾਰ ਭਾਈ ਸੁਥਰਾ ਜੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹਿਲਾਂ ਸਾਹਮਣੇ ਬੈਠੇ, ਮੂੰਹ ਕਰਕੇ ਬੈਠੇ, ਜਿਸ ਤਰ੍ਹਾਂ ਆਪਾਂ ਸਾਰੇ ਬੈਠਦੇ ਹਾਂ, ਤੇ ਬੈਠਿਆਂ ਉਹਨਾਂ ਨੇ ਮੂੰਹ ਘੁਮਾ ਲਿਆ। ਬੇਸ਼ੱਕ ਉਹਨਾਂ ਦਾ ਜੀਵਨ ਬਹੁਤ ਉੱਚਾ ਸੀ, ਪਰ ਭਾਈ ਸੁਥਰਾ ਜੀ ਹਾਸੇ ਮਜ਼ਾਕ ਵਿੱਚ ਬਹੁਤ ਕੁਝ ਕਹਿ ਜਾਂਦੇ ਸਨ। ਉਹ ਸਾਰਿਆਂ ਨੂੰ, ਜਿਵੇਂ ਬਚਨ ਹੁੰਦਾ ਨਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਉਹਨਾਂ ਦਾ ਜੀਵਨ ਤਾਂ ਬਹੁਤ ਉੱਚਾ ਸੀ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਝਿੜਕਿਆ ਕਿ ਸੁਥਰਿਆ ਕੀ ਗੱਲ ਹੈ, ਸਾਰੇ ਦਰਬਾਰ ਵਿੱਚ ਮੂੰਹ ਕਰਕੇ ਬੈਠੇ, ਸਨਮੁਖ ਹੋ ਕੇ ਬੈਠੇ ਹੈ, ਤੂੰ ਪਿੱਠ ਕਿਉਂ ਘੁਮਾ ਲਈ? ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਬਾਣੀ ਇੰਨੀ ਅਗਾਧ ਬੋਧ, ਬਾਣੀ ਇੰਨਾ ਉੱਚਾ ਸੁੱਚਾ ਜੀਵਨ ਦੱਸਦੀ ਹੈ, ਮੇਰਾ ਉਹਨਾਂ ਉੱਚਾ ਸੁੱਚਾ ਜੀਵਨ ਨਹੀਂ ਹੈ। ਮੈਥੋਂ ਇਹ ਬਾਣੀ ਦੀਆਂ ਚਪੇੜਾਂ ਆਪਣੇ ਮੂੰਹ ਤੇ ਨਹੀਂ ਸਹਾ ਲਈਆਂ। ਅਤੇ ਜੇ ਜਿਸ ਤਰ੍ਹਾਂ ਅਸੀਂ ਸੰਗਤ ਵਿੱਚ ਇੱਥੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ, ਆਪ ਸਾਰੇ ਸੂਝਵਾਨ। ਬਹੁਤ ਜਗ੍ਹਾ ਤੇ ਅਸੀਂ ਸੰਗਤ ਵਿੱਚ ਰੌਲਾ ਪੈਂਦਾ ਸੁਣਦੇ ਹਾਂ, ਬਹੁਤ ਜਗ੍ਹਾ ਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਇਤਿਹਾਸ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ ਕਿ ਭਾਈ ਸੁਥਰਾ ਜੀ ਇੱਕ ਵਾਰ ਦੇਖਿਆ ਉਹਨਾਂ ਨੇ ਕਿ ਕੁਝ ਸੱਜਣ ਬੈਠੇ ਹੈ
ਇੱਕ ਦੂਜੇ ਨਾਲ ਗੱਲਾਂ ਕਰੀ ਜਾ ਰਹੇ ਆ, ਉਧਰ ਭਾਵੇਂ ਕੀਰਤਨ ਚਲੀ ਜਾ ਰਹੇ ਆ। ਹੁਣ ਕੀਰਤਨ ਚਲੀ ਜਾ ਰਹੇ ਆ, ਕੀਰਤਨ ਦੇ ਵੱਲ ਬਿਲਕੁਲ ਇਹਨਾਂ ਸੱਜਣਾਂ ਦਾ ਬਿਲਕੁਲ ਧਿਆਨ ਨਹੀਂ ਹੈ। ਭਾਈ ਸੁਥਰਾ ਜੀ ਉਹਨਾਂ ਦਾ ਲਹਿਜਾ ਆਪਣਾ, ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਉਸੇ ਸਮੇਂ ਉਹਨਾਂ ਸੱਜਣਾਂ ਨੂੰ ਕੁਝ ਮੰਦਾ ਲਫ਼ਜ਼ ਕਿਹਾ, ਜਾਂ ਅੱਜ ਦੀ ਸ਼ਬਦਾਵਲੀ ਵਿੱਚ ਗਾਲ ਕਹਿ ਲਈਏ, ਮੰਦਾ ਲਫ਼ਜ਼ ਕਹਿ ਕੇ ਉੱਥੋਂ ਦੌੜੇ ਹੈ। ਹੁਣ ਮੰਦਾ ਲਫ਼ਜ਼ ਕਿਹਨੂੰ ਚੰਗਾ ਲੱਗਦਾ ਹੈ? ਉਹ ਉਸੇ ਸਮੇਂ ਸੁਥਰੇ ਨੂੰ ਮਾਰਨ ਵਾਸਤੇ ਦੌੜੇ, ਪਰ ਸੁਥਰਾ ਜੀ ਹੱਥ ਨਾ ਆਏ। ਉਹਨਾਂ ਨੇ ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਗੁਜ਼ਾਰਿਸ਼ ਕੀਤੀ, ਸਤਿਗੁਰੂ ਪਾਤਸ਼ਾਹ, ਇਹ ਤੁਹਾਡਾ ਸੇਵਕ ਤੁਹਾਡੀ ਹਜ਼ੂਰੀ ਵਿੱਚ ਸਦਾ ਰਹਿਣ ਵਾਲਾ, ਉਹ ਸਾਨੂੰ ਅੱਜ ਮੰਦਾ ਬਚਨ ਬੋਲ ਕੇ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੁਲਾ ਲਿਆ ਅਤੇ ਉਹਨਾਂ ਸੱਜਣਾਂ ਨੂੰ ਬੁਲਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੁਥਰਿਆ ਤੇਰੀ ਅੱਜ ਫੇਰ ਸ਼ਿਕਾਇਤ ਆਈ ਹੈ, ਤੂੰ ਇਹਨਾਂ ਸੱਜਣਾਂ ਨੂੰ, ਇਹਨਾਂ ਗੁਰਮੁਖਾਂ ਨੂੰ ਤੂੰ ਮੰਦਾ ਲਫ਼ਜ਼ ਬੋਲਿਆ। ਸੁਥਰਾ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਇਹਨਾਂ ਤੋਂ ਪੁੱਛੋ ਤਾਂ ਸਹੀ ਮੈਂ ਕਿਹੜਾ ਮੰਦਾ ਲਫ਼ਜ਼ ਬੋਲਿਆ ਹੈ। ਉਹਨਾਂ ਨੇ ਉਸੇ ਸਮੇਂ ਗੱਲ ਕਹਿ ਦਿੱਤੀ ਕਿ ਸਤਿਗੁਰੂ ਪਾਤਸ਼ਾਹ ਇਹਨਾਂ ਨੇ ਸਾਨੂੰ ਇਹ ਮੰਦੀ ਸ਼ਬਦਾਵਲੀ ਵਰਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ, ਹਾਂ ਸੁਥਰਿਆ ਜੀ ਕਹਿ ਰਹੇ ਹੈ ਕਿ ਇਹ ਤੂੰ ਲਫ਼ਜ਼ ਕਹੇ ਹੈ, ਇਹ ਗੰਦੇ ਲਫ਼ਜ਼ ਕਿਉਂ ਕਹੇ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸੁਥਰਾ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਬਖਸ਼ ਲਵੋ, ਪਰ ਇਹ ਕੀ ਇਹਨਾਂ ਨੂੰ ਇਹ ਪੁੱਛੋ ਕਿ ਜਿਸ ਸਮੇਂ ਮੈਂ ਇਹਨਾਂ ਨੂੰ ਮੰਦੇ ਸ਼ਬਦ ਕਹੇ ਹੈ, ਮੈਂ ਤਾਂ ਇੱਕ ਮੰਦਾ ਸ਼ਬਦ ਕਿਹਾ ਇਹਨਾਂ ਨੂੰ, ਇੱਕ ਮੰਦਾ ਸ਼ਬਦ ਕਹਿ ਕੇ ਮੈਂ ਇਹਨਾਂ ਤੋਂ ਡਰਦਾ ਮੈਂ ਦੌੜ ਗਿਆ ਸੀ, ਪਰ ਇਹਨਾਂ ਨੂੰ ਪੁੱਛੋ ਕਿ ਜਿਸ ਸਮੇਂ ਮੰਦਾ ਸ਼ਬਦ ਕਿਹਾ ਉਸ ਸਮੇਂ ਰਾਗੀ ਸਾਹਿਬਾਨ ਗੁਰੂ ਕੇ ਕੀਰਤਨੀਏ ਉਦੋਂ ਕਿਹੜੇ ਸ਼ਬਦ ਦਾ ਗਾਇਨ ਕਰ ਰਹੇ ਸੀ, ਸ਼ਬਦ ਕਿਹੜਾ ਚੱਲ ਰਿਹਾ ਸੀ, ਇਹਨਾਂ ਤੋਂ ਪੁੱਛੋ ਤਾਂ ਸਹੀ। ਹੁਣ ਉਹਨਾਂ ਦੇ ਉਹ ਸ਼ਬਦ ਨਹੀਂ ਸੀ ਯਾਦ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਪਰ ਕਿਸੇ ਦੇ ਸ਼ਬਦ ਯਾਦ ਨਹੀਂ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਭਾਈ ਸੁਥਰੇ ਨੂੰ ਤਾੜਨਾ ਕੀਤੀ ਕਿ ਸੰਗਤ ਵਿੱਚ ਬੈਠੇ ਮਨੁੱਖਾਂ ਦੇ ਨਾਲ, ਸੰਗਤ ਵਿੱਚ ਬੈਠੇ ਹੋਏ ਸਤਿਪੁਰਖਾਂ ਦੇ ਨਾਲ ਕਦੇ ਮਾੜਾ ਵਿਵਹਾਰ ਨਹੀਂ ਕਰੀਦਾ, ਕਦੇ ਮੰਦਾ ਨਹੀਂ ਬੋਲੀਦਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਨਾਲ ਸਮਝਾਇਆ ਕਿ ਇਹ ਭਾਈ ਸੰਗਤ ਵਿੱਚ ਬੈਠ ਕੇ ਕਦੇ ਵੀ ਗੱਲਾਂ ਨਹੀਂ ਕਰਨੀਆਂ। ਸੋ ਇਸ ਤਰ੍ਹਾਂ ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਤਾ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ, ਕਿੰਨੀਆਂ ਕੁ ਰਹਿਮਤਾਂ ਸਾਡੇ ਤੇ ਕੀਤੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਮੈਂ ਫੇਰ ਦੁਹਰਾ ਦੇਵਾਂ, ਲੰਗਰ ਦੀ ਜੋ ਮਰਜ਼ਾਦਾ ਹੈ ਉਸ ਦਾ ਜੋ ਖਾਸ ਵਿਸ਼ੇਸ਼ ਤੌਰ ਤੇ ਉਹਨੂੰ ਉਸ ਦੀ ਜਾਂ ਮਰਜ਼ਾਦਾ ਨੂੰ ਹੋਰ ਪੱਕਾ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਅਤੇ ਭੁੱਖਾ ਕਿਸੇ ਵੇਲੇ ਆ ਜਾਵੇ, ਤਿੱਥੀ ਕਿਸੇ ਵੇਲੇ ਆ ਜਾਵੇ, ਲੰਗਰ ਉਸੇ ਸਮੇਂ ਤਿਆਰ ਕਰਕੇ ਛਕਾਉਣਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਲੋੜਵੰਦਾਂ ਵਾਸਤੇ ਜਿੱਥੇ ਵੀ ਮਰੀਜ਼ ਹੁੰਦੇ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਲੰਗਰ ਜ਼ਰੂਰ ਪਹੁੰਚਾਉਂਦੇ। ਜਿੱਥੇ ਕਾਲ ਆਦਿਕ ਪੈ ਜਾਂਦਾ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਲੰਗਰ ਦੀ ਵਿਵਸਥਾ ਜ਼ਰੂਰ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦਾ ਇੰਨਾ ਜ਼ਿਆਦਾ ਅਦਬ ਕੀਤਾ, ਬਾਣੀ ਦਾ ਇੰਨਾ ਜ਼ਿਆਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਹੈ, ਜਿਨ ਪੈ ਅਦਬ ਨਾ ਬਾਣੀ ਧਾਰਾ, ਸੋ ਜਾਨੋ ਨਾਹੀ ਸਿੱਖ ਮਾਰਾ। ਤੇ ਇਸੇ ਬਾਣੀ ਦੀ ਅਵਗਿਆ ਕਾਰਨ, ਬਾਣੀ ਦੀ ਨਿਰਾਦਰੀ ਦੇ ਕਾਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਵੱਡਾ ਬੇਟਾ, ਜੋ ਉਹਨਾਂ ਨੂੰ ਬੇਸ਼ੱਕ ਬਹੁਤ ਪਿਆਰ ਕਰਦੇ ਸਨ, ਅਤੇ ਉਹਨਾਂ ਨੇ ਆਪਣੀ ਜਗ੍ਹਾ ਤੇ ਜਿਨ੍ਹਾਂ ਨੂੰ ਦਿੱਲੀ ਭੇਜਿਆ ਬਾਬਾ ਰਾਮ ਰਾਏ ਨੂੰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਪਰ ਜਦੋਂ ਬਾਬਾ ਰਾਮ ਰਾਏ ਜੀ ਵੀ ਬਾਣੀ ਤੋਂ ਥਿੜਕੇ, ਬਾਣੀ ਦਾ ਅਪਮਾਨ ਕੀਤਾ, ਤਾਂ ਸਤਿਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇਸ ਵੱਡੇ ਬੇਟੇ ਰਾਮ ਰਾਏ ਨੂੰ ਮੂੰਹ ਨਹੀਂ ਸੀ ਲਾਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਅਤੇ ਸਤਿਗੁਰਾਂ ਦੇ ਨਕਾਰਨ ਦੇ ਨਾਲ ਇਹ ਰਾਮ ਰਾਏ, ਜਿਸ ਤਰ੍ਹਾਂ ਪਾਵਨ ਗੁਰਬਾਣੀ ਚੋਂ ਬਚਨ ਆਉਂਦਾ ਹੈ ਨਾ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੇ ਲਾਏ, ਕਿ ਸਿੱਖ ਦੇ ਜੀਵਨ ਦਾ ਆਧਾਰ ਹੀ ਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਬਾਣੀ ਤੋਂ ਟੁੱਟ ਕੇ ਸਾਡਾ ਜੀਵਨ ਨਹੀਂ ਹੈ। ਭਾਵੇਂ ਕੁਝ ਸਮਾਂ ਰਾਮ ਰਾਏ ਹੰਕਾਰ ਵਿੱਚ ਰਿਹਾ, ਕਿਉਂਕਿ ਬਾਦਸ਼ਾਹ ਦੇ ਵੱਲੋਂ 13,000 ਰੁਪਇਆ ਰੋਜ਼ਾਨਾ ਮਿਲਦਾ ਰਿਹਾ। ਫਿਰ ਦੇਹਰਾਦੂਨ ਦੀ ਜੰਗੀਰ ਮਿਲੀ, ਉੱਥੇ ਜਾ ਕੇ ਆਪਣੇ ਆਪ ਨੂੰ ਗੁਰੂ ਅਖਾਉਣ ਲੱਗਿਆ। ਪਰ ਕੁਝ ਸਮਾਂ ਇਸ ਤਰ੍ਹਾਂ ਲੰਘਿਆ, ਪਰ ਆਖਿਰਕਾਰ ਕੁਝ ਸਮੇਂ ਬਾਅਦ ਜਿਸ ਤਰ੍ਹਾਂ ਇਹ ਸਤਿਗੁਰਾਂ ਦੇ ਬਚਨ ਕਿ ਜੈਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵੇ ਲਾਏ, ਅੰਦਰੇ ਅੰਦਰ ਰਾਮ ਰਾਏ ਤੜਫਦਾ ਰਿਹਾ ਕਿ ਮੈਂ ਸਤਿਗੁਰਾਂ ਦੇ ਦਰ ਤੋਂ ਆਪਣੇ ਆਪ ਨੂੰ ਬਖਸ਼ਾ ਲਵਾਂ। ਮਨ ਦੀ ਸ਼ਾਂਤੀ ਨਹੀਂ। ਬੇਸ਼ੱਕ ਪੈਸਾ ਬਹੁਤ ਜ਼ਿਆਦਾ, ਬਹੁਤ ਵੱਡੀ ਜੰਗੀਰ, ਬਹੁਤ ਜ਼ਿਆਦਾ ਉਹਦੇ ਆਪਣੇ ਮਸੰਦ, ਬਹੁਤ ਸਾਰੇ ਉਹਦੇ ਸੇਵਕ, ਪਰ ਰਾਮ ਰਾਏ ਅੰਦਰੋਂ ਦੁਖੀ ਰਿਹਾ। ਇਸੇ ਕਰਕੇ ਰਾਮ ਰਾਏ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦੋਨੋਂ ਹੱਥ ਜੋੜ ਕੇ ਗੁਜ਼ਾਰਿਸ਼ ਭੇਜੀ ਕਿ ਇਹ ਸਤਿਗੁਰੂ ਦਾਤਾ ਕਿਰਪਾ ਕਰੋ, ਮੈਨੂੰ ਬਖਸ਼ ਲਵੋ। ਤਾਂ ਆਪ ਜੀ ਦੇ ਯਾਦ ਹੋਏਗਾ
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਦੀ ਗੁਜ਼ਾਰਿਸ਼ ਮੰਨ ਕੇ ਕਿ ਇਹ ਕਿ ਬਖਸ਼ ਦਿੱਤਾ ਸੀ। ਬਾਬਾ ਰਾਮ ਰਾਏ ਨੂੰ ਗੁਜ਼ਾਰਿਸ਼ ਕੀ, ਸਤਿਗੁਰੂ ਦਾਤਾ ਕਿਰਪਾ ਕਰੋ, 7ਵੇਂ ਪਾਤਸ਼ਾਹ ਮੇਰੇ ਪਿਤਾ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 7ਵੀਂ ਜੋਤ ਸੀ, ਉਹਨਾਂ ਨੇ ਮੈਨੂੰ ਗੁਰੂ ਘਰ ਵਿੱਚੋਂ ਕੱਢਿਆ ਮੇਰੇ ਗੁਨਾਹਾਂ ਕਰਕੇ। हे ਸਤਿਗੁਰੂ ਪਾਤਸ਼ਾਹ, ਬਾਬੇ ਨਾਨਕ ਦਾ ਦਰ ਬਖਸ਼ਣ ਵਾਲਾ, ਮੈਨੂੰ ਬਖਸ਼ ਲਵੋ। ਤਾਂ ਰਾਮ ਰਾਏ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ ਦਿੱਤਾ ਸੀ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ ਬਖਸ਼ ਦਿੱਤਾ ਸੀ, ਪਰ ਰਾਮ ਰਾਏ ਜੀ ਨਹੀਂ ਬਖਸ਼ੇ ਗਏ। ਰਾਮ ਰਾਏ ਆਪ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਆਪਣੇ ਆਪ ਨੂੰ ਬਖਸ਼ਾ ਗਿਆ ਇਹ ਸਰੀਰ ਛੱਡਣ ਤੋਂ ਕੁਝ ਸਮਾਂ ਪਹਿਲਾਂ। ਪਰ ਜਿਹੜੇ ਉਹਦੇ ਮਸੰਦ ਸੀ, ਰਾਮ ਰਾਈਏ ਸੀ, ਉਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਫਤਿਹ ਦੀ ਸਾਂਝ ਵੀ ਨਹੀਂ ਕੀਤੀ, ਬਲਕਿ ਮੂੰਹ ਘੁਮਾ ਕੇ ਬੈਠੇ ਰਹੇ। ਇਸ ਕਰਕੇ ਅੱਜ ਪੰਜ ਸਿੰਘ ਸਾਹਿਬਾਨ ਜਦੋਂ ਅਮਰ ਦੀ ਦਾਤ ਦਿੰਦੇ ਹੈ, ਜਿੱਥੇ ਇਹ ਕਹਿੰਦੇ ਆ ਧੀਰ ਮਲੀਆਂ ਨਾਲ ਨਹੀਂ ਵਰਤਣਾ, ਇਹਨਾਂ ਨਾਲ ਨਹੀਂ ਵਰਤਣਾ, ਉੱਥੇ ਰਾਮ ਰਾਈਆਂ ਦੀ ਗੱਲ ਵੀ ਜੋ ਗੁਰੂ ਕੇ ਪਿਆਰੇ ਹੈ ਪੰਜ ਸਿੰਘ ਸਾਹਿਬਾਨ ਇਹ ਗੱਲ ਜ਼ਰੂਰ ਨਾਲ ਸਾਨੂੰ ਚੇਤਾ ਕਰਾ ਦਿੰਦੇ ਹੈ ਕਿ ਰਾਮ ਰਾਈਆਂ ਨਾਲ ਨਹੀਂ ਵਰਤਣਾ। ਦੇਖੋ ਕਿੱਡੀ ਵੱਡੀ ਗੱਲ ਕਿ ਬਾਬਾ ਰਾਮ ਰਾਏ ਆਪਣੇ ਆਪ ਨੂੰ ਬਖਸ਼ਾ ਗਿਆ, ਪਰ ਗਲਤ ਰਾਹ ਤੇ ਚੱਲਣ ਵਾਲੇ ਰਾਮ ਰਾਈਏ ਨਹੀਂ ਬਖਸ਼ੇ ਗਏ। ਸੋ ਬਹੁਤਾ ਸਮਾਂ ਨਹੀਂ, ਹੁਣ ਇਤਿਹਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਹੁਤ ਮੇਰਾ ਬਹੁਤ ਮਨ ਕਰਦਾ ਸੀ 7ਵੇਂ ਪਾਤਸ਼ਾਹ ਮਹਾਰਾਜ ਦੀਆਂ ਬਹੁਤ ਸਾਰੀਆਂ ਪਵਿੱਤਰ ਜੀਵਨ ਘਟਨਾਵਾਂ, ਜਿਸ ਤਰ੍ਹਾਂ ਸਤਿਗੁਰੂ ਅੱਜ ਇਹ ਸਾਰੇ ਪਾਸੇ ਇਹ ਭਰੂਣ ਹੱਤਿਆ ਦਾ ਸਾਰੇ ਪਾਸੇ ਰੌਲਾ ਪੈ ਰਿਹਾ ਹੈ, ਕੁੜੀਆਂ ਨੂੰ ਮਾਰਨ ਦੀ ਗੱਲ ਜਗ੍ਹਾ ਜਗ੍ਹਾ ਤੇ ਆਉਂਦੀ ਹੈ। ਪਰ 7ਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚੋਂ ਵੀ ਇਹ ਬੜੀ ਵੱਡੀ ਘਟਨਾ ਕਿ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦੀ ਇੱਕ ਮੂੰਹ ਬੋਲੀ ਬੇਟੀ ਬੀਬੀ ਰੂਪ ਕੌਰ ਦਾ ਜ਼ਿਕਰ ਆਉਂਦਾ ਹੈ। ਸੋ ਬੀਬੀ ਰੂਪ ਕੌਰ ਨੂੰ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਨੇ ਬਹੁਤ ਜ਼ਿਆਦਾ ਮਾਣ ਦਿੱਤਾ ਅਤੇ ਇਸ ਬੀਬੀ ਰੂਪ ਕੌਰ ਨੇ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬੀਬੀ ਰੂਪ ਕੌਰ ਦਾ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਪ ਵਿਆਹ ਵੀ ਕੀਤਾ ਸੀ। ਉਹਦੇ ਕਾਰਜ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਰਾਸ ਕੀਤੇ। ਇਹ ਬੀਬੀ ਰੂਪ ਕੌਰ ਜਿਸ ਨੇ ਬਹੁਤ ਸਾਰਾ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਲਿਖਿਆ ਹੈ। ਬੀਬੀ ਰੂਪ ਕੌਰ ਜਿਹਨੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ 7ਵੇਂ ਪਾਤਸ਼ਾਹ ਮਹਾਰਾਜ ਦੇ ਗੁਰੂ ਸਾਹਿਬਾਨ ਤੱਕ ਸਾਰਿਆਂ ਦਾ ਇਤਿਹਾਸ ਬੜੀ ਵੱਡੀ ਪੋਥੀ ਦੇ ਵਿੱਚ ਲਿਖਿਆ ਹੈ। ਅਤੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਰੂਪ ਕੌਰ ਨੂੰ ਆਪਣੇ ਹੱਥ ਦਾ ਸੁੰਦਰ ਰੁਮਾਲ, ਇੱਕ ਜਪਜੀ ਸਾਹਿਬ ਦੀ ਪੋਥੀ ਜੋ ਕਿਹਾ ਜਾਂਦਾ ਅੱਜ ਵੀ ਕੀਰਤਪੁਰ ਸਾਹਿਬ, ਇਹ ਚੀਜ਼ਾਂ ਸੁਸ਼ੋਭਿਤ ਹੈ। ਸੋ ਹੁਣ ਬਸੰਤ ਰਾਗ ਚੱਲ ਰਿਹਾ ਹੈ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਸ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਮ ਦੀ ਗੱਲ ਕਰ ਰਹੇ ਹੈ ਕਿ ਇਹ ਬਸੰਤ, ਇਹ ਜੋ ਬਸੰਤ ਦਾ ਮਹੀਨਾ ਹੈ, ਇਹ ਬਸੰਤ ਦੀ ਰੁੱਤ ਹੈ, ਇਹ ਖੇੜੇ ਵਾਲੀ ਹੈ। ਜਿਸ ਤਰ੍ਹਾਂ ਨਾਮ ਜਪਣ ਦੇ ਨਾਲ, ਜਿਸ ਤਰ੍ਹਾਂ ਬਸੰਤ ਰੁੱਤ ਆਉਣ ਦੇ ਨਾਲ ਬਾਹਰੀ ਤੌਰ ਤੇ ਖੇੜਾ ਹੀ ਖੇੜਾ, ਇਸੇ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਖੇੜਾ ਆਉਣਾ ਹੈ। ਜੇ ਸਾਡੇ ਹਿਰਦੇ ਵਿੱਚ ਬਸੰਤ ਆਏਗੀ, ਜੇ ਸਾਡੇ ਹਿਰਦੇ ਦੇ ਵਿੱਚ ਨਾਮ ਦਾ ਵਿਕਾਸ ਹੋਏਗਾ ਨਾ, ਜਿਸ ਤਰ੍ਹਾਂ ਸਤਿਗੁਰੂ ਨਾਨਕ ਦਾਤਾ ਜੀ ਨੇ ਬਚਨ ਕੀਤਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮਨ ਦੇ ਵਿੱਚ ਹਮੇਸ਼ਾ ਖੇੜਾ, ਮਨ ਦੇ ਵਿੱਚ ਹਮੇਸ਼ਾ ਖੜਾਓ, ਮਨ ਦੇ ਵਿੱਚ ਹਮੇਸ਼ਾ ਚਾਓ। ਪਰ ਇਹ ਕਦੋਂ? ਨਹੀਂ ਤਾਂ ਜੇ ਅਸੀਂ ਵਿਕਾਰਾਂ ਦੇ ਪਿੱਛੇ ਲੱਗਾਂਗੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਮਨ ਵਿੱਚ ਆਏਗਾ, ਤਾਂ ਮਨ ਵਿੱਚ ਖੜਾਓ ਕਿਵੇਂ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਬਚਨ ਕਰਦੇ ਆ, ਹੇ ਭਾਈ ਤੂੰ ਆਪਣਾ ਹਉਮੈ ਹੰਕਾਰ ਤਿਆਗ ਕੇ ਤਾਂ ਵੇਖ। ਸਤਿਗੁਰੂ ਜੀ ਆਰੰਭ ਕਰਦੇ ਬਚਨ ਕਰਦੇ, ਬਸੰਤ ਮਹੱਲਾ ਪੰਜਵਾਂ। ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਕਿਉਂ ਵਾਹਿਗੁਰੂ ਇੱਕ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਦੀਦਾਰ ਹੁੰਦੇ ਆ, ਵਾਹਿਗੁਰੂ ਪ੍ਰਭੂ ਪਰਮਾਤਮਾ ਮਿਲਦਾ ਹੈ। ਦੇਖ ਫੂਲ ਫੂਲੇ ਅਹੰਗ ਤਿਆਗ ਤਿਆਗੇ। ਸਤਿਗੁਰੂ ਜੀ ਰਹਿਮਤ ਕਰਦੇ, ਹੈ ਭਾਈ ਦੇਖ ਤੇਰੇ ਮਨ ਵਿੱਚ ਖੜਾਓ ਕਿਵੇਂ ਆਉਂਦਾ ਹੈ, ਤੇਰੇ ਮਨ ਦੇ ਵਿੱਚ ਖੜਾਓ ਕਿਵੇਂ ਆਉਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਆ ਨਾ, ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ, ਕਿ ਸਾਰੇ ਪਾਸੇ ਹਰਿਆ ਬਾਵਲ। ਤੇਰਾ ਮਨ ਵੀ ਖਿੜੇਗਾ, ਤੇਰਾ ਤਨ ਵੀ ਖਿੜੇਗਾ। ਪਰ ਇਹ ਖਿੜੇਗਾ ਕਦੋਂ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੱਗੇ ਕੰਡੀਸ਼ਨ ਲਿਖੀ ਹੋਈ ਹੈ ਕਿ ਅਹੰਗ ਤਿਆਗ ਤਿਆਗੇ। ਇਸ ਪਾਵਨ ਸ਼ਬਦ ਵਿੱਚ ਇੱਕ ਸ਼ਬਦ ਨੂੰ ਦੋ ਵਾਰ ਜ਼ਰੂਰ ਕਿਹਾ ਗਿਆ ਹੈ। ਉਹਦਾ ਭਾਵ ਇਹ ਹੈ ਕਿ ਉਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ। ਜਿਹੜੀ ਗੱਲ ਦੋ ਵਾਰ ਕਹੀ ਜਾਵੇ ਨਾ, ਉਹ ਉਸ ਗੱਲ ਤੇ ਦਬਾਅ ਪਾਉਣ ਵਾਸਤੇ, ਜਾਂ ਉਸ ਗੱਲ ਨੂੰ ਇਹ ਅੱਜ ਕੱਲ੍ਹ ਅੰਡਰਲਾਈਨ ਦਾ ਰਿਵਾਜ ਹੈ ਨਾ,
ਤੇ ਪੁਰਾਣੇ ਸਮੇਂ ਉਸ ਗੱਲ ਨੂੰ 2 ਵਾਰ ਲਿਖ ਦਿੱਤਾ ਜਾਂਦਾ ਸੀ। ਇਸ ਕਰਕੇ ਇਸ ਪੂਰੇ ਸ਼ਬਦ ਵਿੱਚ ਬਹੁਤ ਜਗ੍ਹਾ ਤੇ ਜਿਹੜੀ ਗੱਲ ਨੂੰ ਦੁਹਰਾਉਣਾ ਹੋਵੇ, ਜਿਹੜੀ ਗੱਲ ਨੂੰ ਖਾਸ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ 2 ਵਾਰ ਕਹਿ ਦਿੰਦੇ ਆ। ਸਤਿਗੁਰੂ ਜੀ ਰਹਿਮਤ ਕਰ ਰਹੇ ਆ, ਦੇਖ ਫੂਲ ਫੂਲੇ ਅਹੰਗ ਤਿਆਗ ਤਿਆਗੇ। ਤੂੰ ਆਪਣਾ ਹੰਕਾਰ ਤਿਆਗ ਕੇ ਤਾਂ ਵੇਖ, ਤੇਰੇ ਮਨ ਦੇ ਵਿੱਚ ਖੇੜਾ ਕਿਵੇਂ ਆਉਂਦਾ ਹੈ, ਤੇਰੇ ਮਨ ਦੇ ਵਿੱਚ ਖੁਸ਼ੀ ਕਿਵੇਂ ਆਉਂਦੀ ਹੈ। ਤੂੰ ਆਪਣਾ ਹੰਕਾਰ ਤਿਆਗ ਕੇ ਤਾਂ ਵੇਖ। ਤੂੰ ਆਪਣਾ ਹੰਕਾਰ ਤਿਆਗਦਾ ਹੀ ਨਹੀਂ ਹੈ, ਕਿਉਂਕਿ ਪਾਵਨ ਗੁਰਬਾਣੀ 'ਚ ਵਾਰ-ਵਾਰ ਇਹ ਆਉਂਦਾ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਮਨੁੱਖ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ ਆਪਣਾ ਹੰਕਾਰ ਛੱਡਦਾ ਹੀ ਨਹੀਂ ਹੈ। ਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਤੂੰ ਹਉਮੈ ਨੂੰ ਤਿਆਗ ਕੇ ਵੇਖ, ਤੇਰੇ ਜੀਵਨ ਦੇ ਵਿੱਚ ਕਿਵੇਂ ਖੇੜਾ ਆਉਂਦਾ ਹੈ। ਅਤੇ ਹੰਕਾਰ ਨੂੰ ਤਿਆਗ ਕੇ ਤੂੰ ਗੁਰੂ ਦੇ ਚਰਨ ਪਕੜ, ਚਰਨ ਕਮਲ ਭਾਗੇ, ਤੂੰ ਮਿਲੋ ਪ੍ਰਭੂ ਸੁਭਾਗੇ। ਤੇਰਾ ਜੀਵਨ ਸੁਭਾਗਾਂ ਵਾਲਾ ਹੋਏਗਾ ਜਦੋਂ ਤੂੰ ਗੁਰੂ ਦੇ ਚਰਨਾਂ ਨੂੰ ਪਕੜ ਲਵੇਂਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਾਉ ਦੀਆਂ ਪੰਕਤੀਆਂ ਵਿੱਚ ਬਚਨ ਕਰਦੇ ਹੈ ਕਿ ਤੁਸ ਮਾਲਕ ਨੂੰ ਚੇਤਾ ਕਰ, ਹਰ ਚੇਤ ਮਨ ਮੇਰੇ। ਉਸ ਮਾਲਕ ਦਾ ਚੇਤਾ ਕਰ, ਮਾਲਕ ਨੂੰ ਕਦੇ ਵਿਸਾਰ ਨਾ। ਤੇ ਅੱਗੇ ਬਚਨ ਕਰਦੇ ਆ, ਸਗਨ ਬਾਸ ਕੂਲੇ ਇੱਕ ਰਹੇ ਸੋ ਕਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ। ਕਿ ਜਦੋਂ ਬਸੰਤ ਰੁੱਤ ਆਉਂਦੀ ਹੈ ਸਾਰੇ ਪਾਸੇ ਖੇੜਾ ਹੀ ਖੇੜਾ, ਹਰ ਪਾਸੇ ਕਈ ਤਰ੍ਹਾਂ ਦੇ ਨਵੇਂ ਪੌਦੇ ਉਪਜਦੇ ਹੈ, ਹਰ ਪਾਸੇ ਕਈ ਤਰ੍ਹਾਂ ਦੇ ਫੁੱਲ ਪੈਦਾ ਹੁੰਦੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਦੇਖੋ ਸੁਗੰਧੀ ਵਾਲੇ, ਛਾਂ ਵਾਲੇ, ਨਰਮ ਕੂਲੇ ਰੁੱਖ, ਅਨੇਕਾਂ ਤਰ੍ਹਾਂ ਦੇ ਪੌਦੇ ਇਸ ਬਸੰਤ ਰੁੱਤ ਵਿੱਚ ਪੈਦਾ ਹੁੰਦੇ ਹੈ। ਪਰ ਕੁਝ ਅਭਾਗੇ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਬਸੰਤ ਰੁੱਤ ਵਿੱਚ ਵੀ ਜਿਹੜੇ ਰੁੱਖ ਸੁੱਕਦੇ ਨਹੀਂ ਹੈ। ਮਾਫ ਕਰਨਾ, ਬਸੰਤ ਰੁੱਤ ਵਿੱਚ ਵੀ ਜਿੱਥੇ ਸਾਰੇ ਪਾਸੇ ਖੇੜਾ, ਹਰਿਆਵਲ ਹੀ ਹਰਿਆਵਲ, ਉੱਥੇ ਕਈ ਰੁੱਖ, ਕਈ ਪੌਦੇ ਇਸ ਤਰ੍ਹਾਂ ਦੇ ਹੈ ਕਿ ਉਹਨਾਂ ਦੇ ਵਿੱਚ ਹਰਿਆਵਲ ਆਉਂਦੀ ਹੀ ਨਹੀਂ ਹੈ। ਜਿਸ ਤਰ੍ਹਾਂ ਪਾਵਨ ਭਾਈ ਸਾਹਿਬ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਵਣ ਵਨ ਹਰਿਆਵਲੇ ਅੱਕ ਜੰਮੈ ਔੜੀ, ਕਿ ਸਾਰੇ ਪਾਸੇ ਹਰਿਆਵਲ ਆ ਜਾਂਦੀ ਜਦੋਂ ਸਾਉਣ ਆਉਂਦਾ ਹੈ। ਪਰ ਅੱਕ ਵਰਗਾ ਜੋ ਰੁੱਖ ਹੈ ਉਹ ਸੁੱਕ ਜਾਂਦਾ ਹੈ। ਜਿਉਂ ਸਾਲ ਜਵਾਹੇ ਸਾਲੀ ਪਾਵਨ ਗੁਰਬਾਣੀ ਵਿੱਚ ਸੱਤੇ ਬੁਲਾਉਣ ਦੀ ਵਾਰ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਤਰ੍ਹਾਂ ਜਵਾਂ ਆਦਿਕ ਵਰਖਾ ਨੂੰ ਵੇਖ ਕੇ ਸੜ ਜਾਂਦਾ ਹੈ, ਇਸ ਤਰ੍ਹਾਂ ਬਹੁਤ ਸਾਰੇ ਰੁੱਖ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਬਸੰਤ ਵਿੱਚ ਵੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਇਆ ਕਿ ਇਹ ਭਾਈ ਸੰਗਤ ਵਿੱਚ ਆਉਣ ਦੇ ਨਾਲ ਸਾਰਿਆਂ ਦਾ ਭਲਾ, ਪਰ ਜਿਹੜੇ ਆਪਣੇ ਮਨ ਕਰਕੇ ਕਠੋਰ ਰਹਿੰਦੇ ਹੈ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਵੀ ਗੁਰੂ ਦੀ ਸੰਗਤ ਦਾ ਲਾਹਾ ਉਹਨਾਂ ਨੂੰ ਨਹੀਂ ਮਿਲਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਇਹ ਦਰਸਾਉਣਾ ਚਾਹੁੰਦੇ ਹੈ। ਅੱਗੇ ਬਚਨ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋ। ਇੱਥੇ ਕਲੂ ਦਾ ਅਰਥ ਬਹੁਤਿਆਂ ਨੇ ਭਾਵੇਂ ਕਲਯੁਗ ਕੀਤਾ ਹੈ, ਪਰ ਸਾਹਿਬ ਸਿੰਘ ਜੀ ਜ਼ਿਕਰ ਕਰ ਰਹੇ ਹੈ ਸਮੇਂ ਦਾ ਕਿ ਇਹ ਭਾਈ ਸਮਾਂ ਹੈ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਬੀਜਣ ਦਾ। ਸੋ ਨਾਮ ਨੂੰ ਬੋਵੋ ਬੋਵੋ ਭਾਵ ਕੇ ਨਾਮ ਬੀਜੋ, ਅਨਰੁੱਤ ਨਾਹੀ। ਇਹ ਭਾਈ ਹੋਰ ਰੁੱਤ ਕੋਈ ਨਹੀਂ ਹੈ, ਭਾਵ ਕਿ ਅਸਲੀ ਸਮਾਂ ਮਨੁੱਖਾ ਜਨਮ, ਕਿ ਮਨੁੱਖਾ ਜਨਮ ਹੀ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਦਾ ਸਹੀ ਸਮਾਂ। ਮਤ ਭਰਮ ਭੁੱਲੋ ਹੇ ਭਾਈ ਮਤਾਂ ਭੁੱਲ ਜਾਓ, ਨਾਮ ਬੀਜਣ ਤੋਂ ਰਹਿ ਨਾ ਜਾਓ। ਕਿਉਂਕਿ ਜਦੋਂ ਰੁੱਤ ਚੰਗੀ ਹੋਵੇ, ਵੱਤ ਆ ਜਾਵੇ, ਉਦੋਂ ਵੀ ਨਾਮ ਨਾ ਬੀਜਿਆ ਜਾਵੇ ਤਾਂ ਫਿਰ ਉਦੋਂ ਇਹ ਬਦਕਿਸਮਤੀ ਵਾਲੀ ਗੱਲ ਹੈ। ਤੇ ਸਤਿਗੁਰੂ ਜੀ ਰਹਿਮਤ ਕਰਦੇ ਹੈ ਭਾਈ ਨਾਮ ਜੀ ਬੀਜਣ ਦਾ ਸਮਾਂ ਹੈ ਅਤੇ ਤੁਸੀਂ ਹੁਣ ਇਸ ਮਨੁੱਖਾ ਜਨਮ ਦੇ ਵਿੱਚ ਨਾਮ ਬੀਜੋ। ਤੇ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਦੀ ਗੱਲ ਕਰ ਰਹੇ ਹੈ, ਹੇ ਭਾਈ ਨਾਮ ਉਹ ਬੀਜ ਸਕਦਾ ਹੈ ਜਿਸ ਤੇਰੇ ਗੁਰੂ ਦੀ ਕਿਰਪਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਰਹਿਮਤ, ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ। ਜਿਹਦੇ ਚੰਗੇ ਕਰਮਾਂ ਦਾ ਲੇਖ ਜਿਹਦੇ ਮਸਤਕ ਤੇ ਲਿਖਿਆ ਹੋਇਆ ਹੈ ਉਹ ਗੁਰੂ ਨੂੰ ਮਿਲਦਾ ਹੈ। ਤੇ ਅਖੀਰ ਤੇ ਬਚਨ ਸਤਿਗੁਰੂ ਜੀ ਰਹਿਮਤ ਕਰ ਰਹੇ ਹੈ, ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ। ਕਿਹੇ ਭਾਈ ਜਿਨ੍ਹਾਂ ਦੇ ਮਨਾਂ ਵਿੱਚ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ ਉਹ ਫਿਰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਸਦਾ ਹੀ ਗੁਣ ਗਾਉਂਦੇ ਰਹਿੰਦੇ ਹੈ, ਸਦਾ ਹੀ ਗੁਣ ਗਾਉਂਦੇ ਰਹਿੰਦੇ ਹੈ। ਸੋ ਸਮੇਂ ਦੀ ਸਮਾਪਤੀ, ਕੁਝ ਸਮਾਂ ਸ਼ਾਇਦ ਵੱਧ ਲੱਗ ਗਿਆ, ਹੋਈਆਂ ਭੁੱਲਾਂ ਬਖਸ਼ ਲੈਣਾ। ਅਰਦਾਸ ਕਰੀਏ, ਵਿਸਰ ਨਾਹੀ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।